चंदन पाद पंकज सिमरो अंगद दुख निकंदन अमरदास गुर हृदय त्याग हृदय श्री गुरु रामदास गुण गावो गुरु अर्जन विघ्नन के नाशक विघ्नन के नाशक हरे गोविंद शुभ मत प्रकाशक श्री हर राय नमो कर जोरी नमो कर जोरी श्री हर कृष्ण नम नाम बहोरी तेग बहादुर परम कृपाला परम कृपाला श्री गुरु गोविंद सिंह विशाला एक ओंकार सतगुरु तेह प्रसाद सच होए वाहिगुरु जी की फतेह है विघ्न विनाशन सोए जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग कहाँ बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी सतनाम श्री वाहिगुरु साहिब जीओ दोहरा सो सिंगण स्यों आपिड़े कर कर कई उपाए तो सिंगन औखी बणी लब्बे नहीं कहूँ राहे। वाहिगुरू जी का खालसा वाहिगुरू जी की फतेह। धन धन गुरुदेव जिस संग हर जपे गुर कृपाल जब पहे अवगुण सब छपे। पार ब्रह्म गुरुदेव नीचों उच थपे काट सिलक दुख माया कर लीने आप दसे। गुण गाए बेअंत रसना हार जसे। सतगुरु महाराज साहब जी ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸੁਭਾਏਮਾਨ ਹੋ ਕਰਕੇ ਸੰਧਿਆ ਦੇ ਦੀਵਾਨਾਂ ਵਿੱਚ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੀ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਨਾਲ ਅੰਮ੍ਰਿਤਮਈ ਬਾਣੀ ਦੇ ਪਾਠ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਹਰ ਰੋਜ਼ ਸ਼ਾਮ ਨੂੰ ਗੁਰੂ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰ ਰਹੇ ਹੋ। ਛੋਟਾ ਘੱਲੂਘਾਰਾ ਜੋ 1746 ਵਿੱਚ ਵਾਪਰਿਆ, ਉਸ ਦਾ ਅੱਖੀਂ ਦੇਖਿਆ ਹਾਲ ਭਾਈ ਰਾਏ ਸਿੰਘ ਜੀ ਜੋ ਰਤਨ ਸਿੰਘ ਜੀ ਦੇ ਪਿਤਾ ਜੀ ਸਨ, ਉਹਨਾਂ ਨੇ ਭਾਈ ਰਤਨ ਸਿੰਘ ਜੀ ਨੂੰ ਸੁਣਾਇਆ ਸੀਗਾ। ਭਾਈ ਰਤਨ ਸਿੰਘ ਜੀ ਆਪਣੇ ਪਿਤਾ ਤੋਂ, ਆਪਣੇ ਨਾਨਾ ਬਾਬਾ ਸ਼ਾਮ ਸਿੰਘ ਜੀ ਤੋਂ ਅਤੇ ਹੋਰ ਜਿਹੜੇ ਬਜ਼ੁਰਗ ਸਨ ਉਹਨਾਂ ਤੋਂ ਜੋ ਕੁਝ ਪੰਥ ਦੀ ਉਸ ਵਿਪਤਾ ਬਾਰੇ ਸੁਣਿਆ ਸੀ ਉਹ ਕਲਮਬੰਦ ਕਰਕੇ ਪੰਥ ਪ੍ਰਕਾਸ਼ ਵਿੱਚ ਬਹੁਤ ਵੱਡੀ ਸਾਡੇ ਲਈ ਇਹ ਇੱਕ ਧਰੋਹਰ ਛੱਡ ਗਏ ਹਨ। ਜੇ ਸਾਧ ਸੰਗਤ ਜੀ ਭਾਈ ਰਤਨ ਸਿੰਘ ਜੀ ਨਾ ਹੁੰਦੇ ਤਾਂ ਅੱਜ ਸਾਡੇ ਕੋਲ ਸਾਡਾ ਇਤਿਹਾਸ, ਪੰਥ ਦਾ ਇਤਿਹਾਸ ਨਹੀਂ ਸੀ ਹੋਣਾ। ਔਰ ਪੁਰਾਤਨ ਸਮੇਂ ਤੋਂ ਇਹ ਖਾਲਸੇ ਪੰਥ ਦਾ ਇਤਿਹਾਸ
ਸੁਣਦੇ ਆ ਰਹੇ ਹਾਂ ਪੰਥ ਪ੍ਰਕਾਸ਼ ਵਿੱਚੋਂ। ਕੱਲ੍ਹ ਆਪਾਂ ਸਰਵਣ ਕੀਤਾ ਸੀ ਜਦੋਂ ਕਾਹਨੂੰਵਾਨ ਦੇ ਛੰਭ ਵਿੱਚ ਘਿਰੇ ਹੋਏ ਖਾਲਸੇ ਨੇ ਚਾਰੇ ਪਾਸੇ ਮੁਸੀਬਤ ਦਾ ਮੂੰਹ ਵੇਖਿਆ। 4,000 ਸਿੰਘ ਪਹਾੜ ਨੂੰ ਚੜ੍ਹੇ ਸਨ, ਜਿਹੜੇ ਪਹਾੜੀਆਂ ਨੇ ਬੜੇ ਦੁੱਖ ਦੇ ਕੇ ਮਾਰ ਦਿੱਤੇ। ਬਹੁਤ ਸਾਰੇ ਸਿੰਘ ਸਣੇ ਘੋੜਿਆਂ ਦੇ ਚੜ੍ਹ ਗਏ, ਜਿਹੜੇ ਰਾਵੀ 'ਚ ਡਿੱਗ ਡਿੱਗ ਕੇ ਸਣੇ ਘੋੜਿਆਂ ਦੇ ਰੁੜ ਗਏ ਔਰ ਭੁੱਖ ਨਾਲ ਬੇਹਾਲ ਹੋਏ ਸਨ। ਕਿਸੇ ਨੇ ਰੋਟੀ ਤਾਂ ਕੀ ਪੁੱਛਣੀ ਸੀ। ਪਹਾੜੀਆਂ ਨੇ ਹਮਲੇ ਕਰ ਕਰਕੇ ਵੱਖੋ ਵੱਖ ਥਾਵਾਂ 'ਤੇ ਕੋਹ ਦਿੱਤੇ, ਸ਼ਹੀਦ ਕਰ ਦਿੱਤੇ। ਔਰ ਜਿਹੜੇ ਸਿੰਘ ਰਾਵੀ ਵਾਲੇ ਪਾਸੇ ਜਾਂਦੇ, ਰਾਵੀ ਰੋੜ ਕੇ ਲੈ ਜਾਂਦੀ। ਕਈ ਹੱਲੇ ਸਿੰਘਾਂ ਨੇ ਰਾਵੀ ਵਾਲੇ ਪਾਸੇ ਕੀਤੇ, ਹਰ ਵਾਰੀ ਨਿਰਾਸ਼ ਹੋ ਕੇ ਪਿੱਛਾ ਮੁੜਨਾ ਪੈਂਦਾ ਸੀ। ਭਾਈ ਗੁਰਦਿਆਲ ਸਿੰਘ ਖੱਤਰੀ ਡੱਲੇਵਾਲੀਆ ਮਿਸਲ ਦੇ ਮੁਖੀ ਦੇ 2 ਭਰਾ ਘੋੜਿਆਂ 'ਤੇ ਚੜ੍ਹ ਕੇ ਪਾਣੀ ਦੀ ਹਾਥ ਲੈਣ ਗਏ, ਮੁੜ ਕੇ ਆਏ, ਨਾ ਘੋੜੇ ਲੱਭੇ ਨਾ ਸਿੰਘ ਲੱਭੇ। ਹੋਰ ਵੀ ਬਹੁਤ ਸਾਰੇ ਸਿੰਘ ਉੱਥੇ ਸ਼ਹੀਦ ਹੋਏ। ਇਸੇ ਤਰ੍ਹਾਂ ਇੱਕ ਪਾਸੇ ਅੱਗ ਲੱਗੀ ਹੋਈ ਸੀ, ਜੰਗਲ ਨੂੰ ਲੱਖੂ ਨੇ ਲਾਈ ਹੋਈ ਸੀ, ਉਹਦੇ ਕਰਕੇ ਜੰਗਲ ਵਿੱਚ ਖਲੋਣਾ ਮੁਸ਼ਕਲ ਹੋਇਆ ਪਿਆ ਸੀ। ਫਿਰ ਬਾਬਾ ਸੁੱਖਾ ਸਿੰਘ ਜੀ ਇਹ ਇਰਾਦਾ ਕਰਕੇ ਵੀ ਮੈਂ ਲੱਖੂ ਨੂੰ ਮਾਰ ਕੇ ਆਵਾਂ, ਫੌਜ ਦੇ 94 ਸਿੰਘ ਲੈ ਕੇ ਲੱਖੂ ਵੱਲ ਗਏ। ਪਰ ਲੱਖੂ ਦੀਆਂ ਤੋਪਾਂ ਦਾ ਗੋਲਾ ਭਾਈ ਸਾਹਿਬ ਸੁੱਖਾ ਸਿੰਘ ਦੇ ਪੱਟ 'ਤੇ ਲੱਗਣ ਕਰਕੇ ਉਹਨਾਂ ਦੀ ਪੱਟ ਤੋਂ ਲੱਤ ਜਿਹੜੀ ਸੀ ਚੂਰ ਹੋ ਗਈ, ਬੁਰੀ ਤਰ੍ਹਾਂ ਟੁੱਟ ਗਈ। ਆਪਣੀ ਲੱਤ ਨੂੰ ਘੋੜੇ ਦੇ ਕਾਠੀ ਦੇ ਹੰਨੇ ਨਾਲ ਬੰਨ੍ਹ ਕੇ ਦੁਸ਼ਮਣ ਨਾਲ ਲੜਦੇ ਰਹੇ। ਅਖੀਰ ਸੁੱਖਾ ਸਿੰਘ ਨੇ ਕਈ ਉਸ ਵੇਲੇ ਰਾਵਾਂ ਹੋ ਰਹੀਆਂ ਸਨ। ਕੋਈ ਕਹਿੰਦਾ ਸੀ ਪਹਾੜ ਨੂੰ ਚੜ੍ਹ ਚੱਲੀਏ, ਕੋਈ ਕਹਿੰਦਾ ਸੀ ਰਾਵੀ ਪਾਰ ਕਰਕੇ ਪੱਛਮੀ ਪੰਜਾਬ, ਜਿੱਧਰ ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਪਾਕਿਸਤਾਨ ਦਾ ਏਰੀਆ, ਉੱਧਰ ਨਿਕਲ ਜਾਈਏ। ਕੋਈ ਕਹਿੰਦੇ ਸੀ ਵੀ, ਸੁੱਖਾ ਸਿੰਘ ਕਹਿੰਦਾ ਸੀ ਵੀ ਆਪਾਂ ਦੁਸ਼ਮਣ ਨਾਲ ਲੜ ਕੇ ਦੁਸ਼ਮਣ ਦੇ ਵਿੱਚੋਂ ਦੀ ਰਾਹ ਬਣਾਈਏ। ਜਦੋਂ ਕੋਈ ਚਾਰਾ ਨਾ ਚੱਲਿਆ, ਸਾਰਿਆਂ ਨੂੰ ਸੁੱਖਾ ਸਿੰਘ ਦੀ ਗੱਲ ਮੰਨਣੀ ਪਈ। ਇਹ ਲਗਭਗ 10-15 ਹਜ਼ਾਰ ਸਿੰਘਾਂ ਦਾ ਇੱਕ ਬੜਾ ਤਗੜਾ ਦਲ, ਘੋੜਸਵਾਰ, ਪੈਦਲ ਦਾ ਸਾਰੇ ਚੜ੍ਹਾ ਦਿੱਤੇ ਪਹਾੜ ਨੂੰ। ਜਿੰਨਾ ਚਿਰ ਉਹ ਪਹਾੜ ਵੱਲ ਨਹੀਂ ਗਏ ਜਾਂ ਉੱਪਰ ਨਹੀਂ ਚੜ੍ਹ ਸਕੇ, ਉਹਨਾਂ ਚਿਰ ਸਿੰਘ ਘੋੜਿਆਂ ਵਾਲੇ ਲੜਦੇ ਰਹੇ, ਰਸਤਾ ਰੋਕ ਕੇ ਦੁਸ਼ਮਣ ਦਾ ਖੜੇ ਰਹੇ, ਤਾਂ ਕਿ ਪੈਦਲ ਵਾਲੇ ਜਿਹੜੇ ਨੇ ਉਹ ਪਹਾੜ ਵੱਲ ਨਿਕਲ ਜਾਣ, ਘੋੜਸਵਾਰ ਮਾਲਵੇ ਨੂੰ ਨਿਕਲ ਜਾਣ। ਭਾਈ ਸਾਹਿਬ ਨੇ ਲਿਖਿਆ ਉੱਥੇ ਇਹੋ ਜਿਹਾ ਭਾਣਾ ਵਰਤਿਆ ਵੀ ਪਿਓ ਨੇ ਪੁੱਤਰ ਨੂੰ ਨਹੀਂ ਪਛਾਣਿਆ ਤੇ ਪੁੱਤਰ ਨੇ ਪਿਓ ਨੂੰ ਨਹੀਂ। ਕਿਸੇ ਦਾ ਮੂੰਹ ਜਿੱਧਰ ਆਇਆ ਉੱਧਰ ਨੂੰ ਲੋਕ ਚੱਲ ਪਏ। ਇਸ ਜੰਗ ਦੇ ਵਿੱਚ ਜਦੋਂ ਸਿੰਘ ਦੁਸ਼ਮਣ ਦੀ ਫੌਜ ਨੂੰ ਇੱਕ ਪਾਸੇ, ਜਿੱਧਰ ਦੁਸ਼ਮਣ ਦਾ ਮੋਰਚਾ ਕਮਜ਼ੋਰ ਸੀ, ਉਹਨੂੰ ਚੀਰ ਕੇ ਲੰਘੇ ਤਾਂ ਦੁਸ਼ਮਣ ਦੀ ਫੌਜ ਪਿੱਛੇ ਪੈ ਗਈ। ਜਿਹੜੇ ਸਿੰਘ ਸੁੱਖਾ ਸਿੰਘ ਦੇ ਨਾਲ ਅੱਗੇ ਸਨ ਉਹ ਤਾਂ ਕਾਫੀ ਅੱਗੇ ਆ ਗਏ, ਪਰ ਜਿਹੜੇ ਪਿੱਛੇ ਰਹਿ ਗਏ ਸਨ ਉਹ ਫੇਰ ਮਾਰੇ ਗਏ, ਘੇਰੇ 'ਚ ਆ ਗਏ। ਉਹ ਸਿੰਘ ਫੇਰ ਸ਼ਹੀਦ ਹੋ ਗਏ। ਯਾਨੀ ਛੋਟਾ ਘੱਲੂਘਾਰਾ ਜਿਹੜਾ ਸੀਗਾ, ਇਹ ਸ਼ਹੀਦੀਆਂ ਦਾ 1-2 ਦਿਨਾਂ ਦੇ ਅੰਦਰ ਅੰਦਰ ਹੀ ਸਾਧ ਸੰਗਤ ਜੀ ਇੰਨੀਆਂ ਮੌਤਾਂ ਹੋਈਆਂ, ਇੰਨੇ ਸ਼ਹੀਦ ਹੋਏ। ਹੁਣ ਉਸ ਤੋਂ ਅਗਲੀ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੋ ਸਿੰਘਣ ਸਿਉ ਆਪਿੜੇ, ਕਰ ਕਰ ਕਈ ਉਪਾਏ। ਜਦੋਂ ਸਿੰਘ ਸਾਧ ਸੰਗਤ ਜੀ ਬੇਲੇ ਵਿੱਚ ਆ ਗਏ ਤੇ ਉੱਥੇ ਫੇਰ ਤੁਰਕਾਂ ਦੀ ਫੌਜ ਆ ਕੇ ਸਿੰਘਾਂ ਨਾਲ ਭਿੜ ਪਈ। ਤੋ ਸਿੰਘਨ ਔਖੀ ਬਣੀ, ਲੱਭੇ ਨਹੀਂ ਘੁਰਾਏ। ਸਿੰਘਾਂ ਨੂੰ ਬੜੀ ਔਖੀ ਬਣ ਗਈ, ਰਸਤਾ ਨਹੀਂ ਲੱਭਦਾ, ਕਿੱਧਰ ਜਾਈਏ ਹੁਣ। ਚੌਪਈ ਸੁੱਖਾ ਸਿੰਘ ਤਬ ਐਸੀ ਕਹੀ। ਭਾਈ ਸੁੱਖਾ ਸਿੰਘ ਜੀ ਨੇ ਸਾਰੇ ਖਾਲਸੇ ਨੂੰ ਉੱਚੀ ਆਵਾਜ਼ ਦੇ ਕੇ ਕਿਹਾ, ਬਿਨ ਮਾਰੇ ਹਮ ਬਚੇ ਸੋ ਨਹੀਂ। ਸਿੰਘੋ ਆਪਾਂ ਦੁਸ਼ਮਣ ਨਾਲ ਲੜ ਕੇ ਹੀ ਬਚ ਸਕਦੇ ਹਾਂ, ਦੁਸ਼ਮਣ ਨੂੰ ਮਾਰ ਕੇ ਹੀ ਬਚ ਸਕਦੇ ਹਾਂ, ਹੋਰ ਕੋਈ ਚਾਰਾ ਨਹੀਂ ਹੈ। ਜੇ ਆ ਬਿਨ ਕੋ ਲਈਐ ਮਾਰ, ਜੇ ਆਪਾਂ ਇਹ ਜਿਹੜੇ ਮੁਲਖਈਆ ਸਾਡੇ ਪਿੱਛੇ ਆਇਆ ਹੈ ਇਹਨੂੰ ਮਾਰ ਲਈਏ, ਤੋਂ ਬੋਲੇ ਮੇ ਰਹੀਏ ਸੁਖਾਰ। ਤਾਂ ਇਸ ਵੇਲੇ 'ਚ ਆਪਾਂ ਸੌਖੇ
ਸੌਖੇ ਰਹਿ ਸਕਦੇ ਹਾਂ, ਨਹੀਂ ਤਾਂ ਇਹ ਬੇਲੇ 'ਚ ਆਪਾਂ ਨੂੰ ਟਿਕਣ ਨਹੀਂ ਦੇਣਗੇ। ਜੇ ਹਮ ਤੇ ਇਹ ਹੋਏ ਨਾ ਮਾਰ, ਜੇ ਸਾਡੇ ਕੋਲੋਂ ਨਾ ਮਾਰੇ ਗਏ ਤੋ ਇਹ ਹਮਕੋ ਲੈ ਹੈ ਮਾਰ। ਤਾਂ ਇਹ ਸਾਨੂੰ ਮਾਰ ਲੈਣਗੇ। ਫਸੇ ਚੋਰ ਜਿਮ ਤਿਨ ਹੱਠ ਕੀਆ, ਉਹ ਸਾਧ ਸੰਗਤ ਜਿਵੇਂ ਚੋਰ ਫਸਿਆ ਹੋਵੇ ਤੇ ਹੱਠ ਕਰਦਾ ਨਾ, ਉਦਾਂ ਫਿਰ ਖਾਲਸਾ ਉਸ ਵੇਲੇ ਚਾਰੇ ਪਾਸਿਓਂ ਘਿਰ ਕੇ ਉਸ ਵੇਲੇ ਹੁੰਦਾ ਵੀ ਮਾਰ ਦਿਓ ਜਾਂ ਮਰ ਜਾਓ। ਫਿਰ ਹੱਠ ਕੀਤਾ ਖਾਲਸੇ ਨੇ। ਸਤਿਗੁਰ ਰਖਨੋ ਖਾਲਸੋ ਥੀਆ, ਕਿਉਂਕਿ ਮਹਾਰਾਜ ਜੀ ਨੇ ਉਹਨਾਂ ਸਿੰਘਾਂ ਦੀ ਜਾਨ ਬਚਾਣੀ ਸੀ ਤਾਂ ਉਹਨਾਂ ਨੂੰ ਹੌਸਲਾ ਦੇ ਦਿੱਤਾ। ਦੋਹਰਾ ਤੋ ਸਿੰਘ ਹੱਲਾ ਕਰ ਪੈ, ਜੱਟ ਚਲੇ ਸੋ ਅੱਗੇ ਲਾਗ। ਸਿੰਘਾਂ ਨੇ ਹੱਲਾ ਬੋਲ ਦਿੱਤਾ ਤੇ ਜਿਹੜੇ ਮੁਲਖਈਆ ਆਮ ਲੋਕ ਪਿੰਡਾਂ ਦੇ ਮੁਸਲਮਾਨ ਜੱਟ ਸਿੰਘਾਂ ਨੂੰ ਪਏ ਸੀਗੇ ਉਹ ਅੱਗੇ ਲਾ ਲਏ। ਜੋ ਲੱਭੇ ਸੋ ਖੋਲੈ, ਦੇ ਜਾਨ ਬਹੁ ਬਾਗ। ਉਹਨਾਂ ਕੋਲੋਂ ਜੋ ਘੋੜੇ ਸਨ ਜਾਂ ਸ਼ਸਤਰ ਉਹ ਸਿੰਘਾਂ ਨੇ ਖੋਹ ਲਏ ਤੇ ਜਿਹੜਾ ਤੇਗ ਦੀ ਥੱਲੇ ਆਇਆ ਝੜਕ ਦਿੱਤਾ ਤੇ ਜਿਹਨੇ ਹੱਥ ਜੋੜੇ ਉਹਨੂੰ ਕਿਹਾ ਦੌੜ ਜਾ ਹੁਣ। ਚੌਪਈ ਕਈ ਸੋ ਤਿਨ ਕੀ ਘੋੜੀ ਲਈ, ਉਸ ਮੁਲਖਈਏ ਦੀਆਂ ਘੋੜੀਆਂ ਸਿੰਘਾਂ ਨੇ ਖੋਹ ਲਈਆਂ। ਬਸਤਰ ਸ਼ਸਤਰ ਤੇ ਗਏ ਕਈ, ਔਰ ਕਈਆਂ ਦੇ ਬਸਤਰ ਸ਼ਸਤਰ ਖੋਹ ਲਏ ਸਾਰੇ। ਫੇਰ ਸਿੰਘ ਹੋਏ ਤੁਰੇ ਸੁਖਾਰੇ, ਸਿੰਘਾਂ ਦਾ ਰਾਹ ਸਾਫ਼ ਹੋ ਗਿਆ ਤੇ ਸਿੰਘ ਸੌਖੇ ਹੋ ਕੇ ਤੁਰ ਪਏ। ਜੋ ਲੜਨ ਵਾਰੇ ਤੇ ਸਭ ਹਾਰੇ, ਜਿਹੜੇ ਲੜਨ ਵਾਲੇ ਸਿੰਘਾਂ ਨਾਲ ਆਏ ਸੀਗੇ ਉਹ ਸਭ ਹਾਰ ਕੇ ਭੱਜ ਗਏ। ਕਿਚਕ ਸਿੰਘਨ ਕੋ ਬੇਹਲ ਪਇਓ, ਥੋੜੇ ਜਿਹੇ ਸਮੇਂ ਲਈ ਐਵੇਂ 20-25 ਮਿੰਟ ਅੱਧੇ ਘੰਟੇ ਦੀ ਵੇਲ ਮਿਲੀ ਖਾਲਸੇ ਨੂੰ। ਤਬ ਮਾਝੇ ਕੋ ਵੜਨੇ ਠਿਓ, ਤਾਂ ਸਿੰਘ ਉਧਰੋਂ ਮਾਝੇ ਵੱਲ ਵੜੇ ਹਨ, ਭਾਵ ਕਾਹਨੂੰਵਾਨ ਤੋਂ ਸ਼ੰਭ ਤੋਂ ਉਰਾਂ ਨੂੰ ਤੁਰ ਪਏ। ਤੇ ਫਿਰ ਸਿੰਘਨ ਕਰੀ ਸਲਾਹ, ਫਿਰ ਸਿੰਘਾਂ ਨੇ ਇਦਾਂ ਸਲਾਹ ਕੀਤੀ ਸੁਖਾ ਸਿੰਘ ਨਾਲ ਆਗੇ ਦੇਸ ਰਾਮੇ ਕੋ ਵਾਹੇ, ਕਿ ਅੱਗੇ ਰਾਮੇ ਦਾ ਦੇਸ਼ ਆ ਗਿਆ ਹੈ। ਉਹ ਰਾਮੇ ਰੰਧਾਵੇ ਵਾਲਾ ਜਿਹੜਾ ਇਲਾਕਾ ਹੈ ਨਾ, ਉਹ ਸਾਧ ਸੰਗਤ ਜੀ ਜਿਹੜੇ ਗੁਰਦਾਸਪੁਰ ਬਟਾਲੇ ਦੇ ਉਸ ਇਲਾਕੇ ਵਿੱਚ ਜਿੱਧਰ ਇਹ ਪਿੰਡ ਪੈਂਦੇ ਹਨ, ਘਣੀਏ ਕੇ ਬਾਂਗਰ ਆਦਿ, ਜਿਹੜੇ ਇਸ ਇਲਾਕੇ ਵਿੱਚ। ਹਾਂਜੀ, ਸਿੰਘ ਕਹੇ ਅਬ ਟਪਿਆ ਦਰਿਆਓ, ਸਿੰਘ ਕਹਿੰਦੇ ਹੁਣ ਆਪਾਂ ਦਰਿਆ ਟੱਪ ਚੱਲੀਏ। ਕਿਉ ਉਦਮ ਤਬ ਲਖਨੇ ਕਾਉ, ਸਿੰਘਾਂ ਨੇ ਲਖਣ ਇਥੋਂ ਨਿਕਲਣ ਦਾ ਇਰਾਦਾ ਕੀਤਾ। ਰਾਮਾ ਜਿਹੜਾ ਸੀ ਖਾਲਸੇ ਦਾ ਬੜਾ ਵੈਰੀ ਸੀਗਾ। ਉਦੋਂ ਇਹ ਕਹਾਵਤ ਪੰਥ ਵਿੱਚ ਸੁਣੀ ਜਾਂਦੀ ਸੀ, ਰਾਮੇ ਕੇ ਦੇਸ਼ ਨਾ ਜਾਈਓ, ਰਾਮੇ ਦੇ ਦੇਸ਼ ਨਾ ਜਾਇਆ ਜੇ। ਰਾਮਾ ਬਹੁਤ ਵੈਰੀ ਸੀ ਖਾਲਸੇ ਦਾ। ਹਾਂਜੀ, ਸਿਖਰ ਦੁਪਹਿਰੀ ਤੀਰ ਦਰਿਆਏ, ਸਾਧ ਸੰਗਤ ਜੀ ਗਰਮੀ ਬੜੀ ਸੀਗੀ। ਸਿਖਰ ਦੁਪਹਿਰ ਤੇ ਗਰਮੀ ਵੀ ਮਈ ਦਾ ਮਹੀਨਾ ਸੀਗਾ ਤੇ ਦਰਿਆ ਦਾ ਕਿਨਾਰਾ ਸੀਗਾ। ਡਿੱਬ ਖਿੱਬ ਕੇ ਤੁਲੇ ਬਣਾਏ, ਪੈਰਾਂ 'ਚ ਜੁੱਤੀ ਤਾਂ ਕਿਸੇ ਦੇ ਹੁੰਦੀ ਨਹੀਂ ਸੀ, ਬੜੀ ਮੁਸ਼ਕਲ ਆ ਉਹਨਾਂ ਦਿਨਾਂ 'ਚ ਜੁੱਤੀ ਮਿਲਦੀ ਸੀ। ਕਿਸੇ ਕੋਲ ਜੋੜਾ ਸੀ, ਬਾਕੀ ਵਿਚਾਰੇ ਨੰਗੇ ਪੈਰ। ਸਿੰਘ ਜਿਹੜੇ ਸਨ ਉਹਨਾਂ ਨੇ ਫਿਰ ਬੜੀ ਮੁਸ਼ਕਲ ਨਾਲ ਜਿਹੜੀ ਉਹ ਦੱਬ ਜੀ ਹੁੰਦੀ ਹੈ ਨਾ ਦਰਿਆਵਾਂ ਦੇ ਕੰਨੇ, ਉਹ ਪੱਟ ਕੇ ਤੇ ਤੁਲੇ ਬਣਾਏ। ਪਇਓ ਖਾਲਸੇ ਇਮੈ ਉਰਾਰ, ਇਸ ਤਰ੍ਹਾਂ ਸਿੰਘ ਦਰਿਆ ਪਾਰ ਕਰ ਗਏ। ਉਹਾਂ ਖੜੇ ਰਹਿ ਘਰੀ ਦੋਏ ਚਾਰ, ਦੋ ਚਾਰ ਉੱਥੇ ਖੜੇ ਪਾਣੀ ਪੂਣੀ ਪੀਤਾ, ਘੋੜਿਆਂ ਨੂੰ ਪਾਣੀ ਪਿਆਇਆ। ਸਵਾਰ ਕਾਠੜੇ ਤੰਗ ਖਿਚਵਾਏ, ਘੋੜਿਆਂ ਦੀਆਂ ਕਾਠੀਆਂ ਦੇ ਤੰਗ ਫੇਰ ਕੱਸੇ, ਕਿਉਂਕਿ ਜਦੋਂ ਘੋੜੇ ਨੂੰ ਜੰਗ ਦੇ ਵਿੱਚ ਕਾਫੀ ਚਿਰ ਹੋ ਜਾਵੇ ਕੱਸੇ ਨੂੰ ਤੇ ਉਹਦੀ ਜਿਹੜੀ ਬੈਲਟ ਆ ਉਹ ਥੋੜੀ ਜਿਹੀ ਉਹਨੂੰ ਤੰਗ ਕਰਦੀ ਹੈ, ਉਹਨੂੰ ਥੋੜਾ ਢਿੱਲਾ ਕਰਾ ਕੇ ਆਰਾਮ ਵੀ ਦੇਣਾ ਪੈਂਦਾ। ਕਈ ਵਾਰੀ ਉਹ ਜ਼ਖਮ ਕਰ ਦਿੰਦੀ ਹੈ ਤੇ ਉਹਨੂੰ ਕਾਠੀਆਂ ਨੂੰ ਦੁਬਾਰਾ ਕੱਸਿਆ। ਹਾਂਜੀ, ਤੁਰੋ ਸਿੰਘ ਤੋਂ ਅਗਲੇ ਦਾਏ, ਫਿਰ ਸਿੰਘ ਤੁਰ ਪਏ ਘੋੜਿਆਂ ਨੂੰ ਪਾਣੀ ਪਿਆ ਕੇ। ਦੋਹਰਾ ਜੋ ਰਿਓ ਸੋ ਥੋ ਸਿੰਘਨ ਪੈ, ਸੋ ਡੁੱਬਿਓ ਦਰਿਆਏ। ਸਾਧ ਸੰਗਤ ਜੀ ਜਿਹੜੇ ਸਿੰਘਾਂ ਦੇ ਨਾਲ ਕਈ ਸਿੰਘ ਡੁੱਬ ਗਏ ਦਰਿਆ ਦੇ ਵਿੱਚ। ਅੱਗੇ ਤਤੇ ਰੇਤ ਸੋ ਜਲੇ ਸੋ ਨੰਗੇ ਪਾਏ, ਫਿਰ ਅੱਗੋਂ ਜਿਹੜੇ ਪੈਦਲ ਸਨ ਉਹਨਾਂ ਵਿਚਾਰਿਆਂ ਦੇ ਜੇ ਘੋੜੇ ਡੁੱਟ ਗਏ ਜਾਂ ਮਰ ਗਏ, ਕਈਆਂ ਦੇ ਸ਼ਹੀਦ ਹੋ ਗਏ, ਉਹ ਨੰਗੇ ਪੈਰ ਜੋੜੇ ਤੋਂ ਬਿਨਾਂ ਦਰਿਆ ਦੇ ਕਿਨਾਰੇ ਤੁਰਨਾ ਬੜਾ ਔਖਾ ਹੋ ਜਾਂਦਾ। ਰੇਤ ਫਿਰ ਬੜੀ ਤੱਤੀ ਸਾੜਦੀ ਸੀ ਪੈਰਾਂ ਨੂੰ। ਚੌਪਈ ਬੌਸੋ ਕਣੀ ਬਰੇਤੀ ਆਈ, ਬੜੀ ਘਣੀ ਬਰੇਤੀ ਆ ਗਈ ਬਹੁਤ, ਕਿਉਂਕਿ ਦਰਿਆਵਾਂ ਦੇ ਤੁਹਾਨੂੰ ਪਤਾ ਵੀ 5-5 7-7 ਮੀਲ ਤਾਂ ਦਰਿਆ ਦੇ ਆਲੇ ਦੁਆਲੇ ਰੇਤਾ ਹੁੰਦਾ ਹੀ ਹੁੰਦਾ। ਤੋ ਇੰਨਾ ਸਮਾਂ 5-4 ਮੀਲ ਤੁਰਨਾ ਪੈ ਜੇ ਰੇਤੇ ਨੰਗੇ ਪੈਰੀ ਗਰਮੀ ਦੇ ਦਿਨਾਂ 'ਚ ਬਹੁਤ ਮੁਸ਼ਕਲ। ਹਾਂਜੀ, ਜਨ ਕਾ ਤਤੀ ਤਵੀ ਵਿਛਾਈ, ਏਦਾਂ ਸੀ ਵੀ ਜਿਵੇਂ ਤੱਤੀ ਤਵੀ ਸਿੰਘਾਂ ਦੇ ਪੈਰਾਂ ਥੱਲੇ
ਕੁਦਰਤ ਨੇ ਵਿਛਾ ਦਿੱਤੀ ਸੀ ਉਸ ਸਭ ਵੇਲੇ। ਸਿੰਘਾਂ ਨੇ ਕੱਪੜੇ ਪਾੜੇ, ਉਸ ਵੇਲੇ ਜੋੜੇ ਤਾਂ ਹੈ ਨਹੀਂ ਸੀ, ਆਪਣੇ ਤਨ ਦੇ ਜਿਹੜੇ ਮਾੜੇ ਮੋਟੇ ਕੱਪੜੇ ਸਨ ਉਹ ਪਾੜ ਪਾੜ ਕੇ, ਪੈਰੀ ਬੰਦੇ ਬਚੇ ਨੈ ਸਾੜੇ। ਉਹ ਪੈਰਾਂ ਨੂੰ ਬੰਨ ਬੰਨ ਕੇ ਤੁਰਦੇ, ਲੀਰਾਂ ਬੰਨ ਕੇ ਪੈਰਾਂ ਦੇ ਨਾਲ ਵੀ ਪੈਰ ਨਾ ਸੜਨ, ਪਰ ਉਹ ਕੱਪੜਾ ਵੀ ਕਿੰਨਾ ਚਿਰ ਰੇਤੇ ਤੋਂ ਬਚਾਉਂਦਾ ਹੈ। ਹਾਂਜੀ, ਦੋਹਰਾ ਚਰਨ ਲਪੇਟਨ ਕੋ ਤੋਂ ਬੈਠੇ ਥਲੇ ਟਿਕਾਏ। ਕਹਿੰਦੇ ਜਦੋਂ ਸਿੰਘ ਪੈਰਾਂ ਨੂੰ ਕੱਪੜਾ ਬੰਨਣ ਵਾਸਤੇ ਜ਼ਮੀਨ ਤੇ ਬੈਠਦੇ ਸਨ ਤਾਂ ਥੱਲੇ ਬੈਠਿਆ ਵੀ ਨਹੀਂ ਸੀ ਜਾਂਦਾ। ਤਿਨ ਕੇ ਥੱਲੇ ਜਾਏ ਜਲ ਕਰੈ ਸਿੰਘ ਹਾਏ ਹਾਏ। ਉਹ ਥੱਲੇ ਸਾਧ ਸੰਗਤ ਜੀ ਉਹ ਸਰੀਰ ਨੂੰ ਰੇਤਾ ਸਾੜਦਾ, ਬਹਿਣ ਨੂੰ ਨਾ ਬਹਿਣ ਜੋਗੇ ਰੇਤੇ 'ਚ ਤੇ ਨਾ ਖਲੋਣ ਜੋਗੇ ਸਨ। ਖਲੋਈਏ ਤੇ ਪੈਰ ਸੜਦੇ, ਬਹਿੰਦੇ ਤੇ ਪਿੱਛਾ ਸੜਦਾ। ਹਾਂਜੀ, ਚੌਪਈ ਇਸ ਬਿਦ ਸਿੰਘ ਉਤਰੇ ਦਰਿਆਏ। ਇਸ ਤਰ੍ਹਾਂ ਸਿੰਘ ਦਰਿਆ ਤੋਂ ਸਾਧ ਸੰਗਤ ਜੀ ਪਾਰ ਉਤਰੇ ਹਨ। ਵੜੇ ਸਿੰਘ ਮਾਝੇ ਮੇ ਆਏ। ਮਾਝੇ 'ਚ ਆ ਵੜੇ ਹਨ। ਫੇਰ ਲੰਗੇ ਜੈ ਦੋਇ ਦਰਿਆਏ। ਫਿਰ ਜਿਹੜੇ ਦੋ ਦਰਿਆ ਹਨ, ਭਾਵ ਸਤਲੁਜ ਤੇ ਬਿਆਸਾ, ਉਹਨਾਂ ਨੂੰ ਪਾਰ ਕੀਤਾ ਹਰੀਕੇ ਵਾਲੇ ਪਾਸਿਓਂ। ਹਿਮਕਰ ਪੂਜੇ ਜੰਗਲ ਜਾਏ। ਬੜੀ ਮੁਸ਼ਕਲ ਨਾਲ, ਇੱਕ ਪਹਿਲਾਂ ਰਾਵੀ ਵਾਲਾ ਰੇਤੀ ਪਟੱਪੀ, ਫਿਰ ਆ ਗਏ ਰੇਤੀ ਟੱਪੀ ਬਿਆਸਾ ਤੇ ਸਤਲੁਜ ਦੀ, ਫਿਰ ਮਾਝੇ ਤੋਂ ਮਾਲਵੇ ਦੇ ਵਿੱਚ ਸਿੰਘ ਵੜੇ ਜੰਗਲ ਦੇਸ਼, ਜਿਹਨੂੰ ਆਪਾਂ ਕਹਿੰਦੇ ਪੁਰਾਣੇ ਜ਼ਮਾਨੇ ਜਿਹਨੂੰ ਜੰਗਲ ਕਹਿੰਦੇ ਸੀ, ਹੁਣ ਮਾਲਵਾ। 10ਵੇਂ ਪਾਤਸ਼ਾਹ ਨੇ ਜਦੋਂ ਚਰਨ ਪਾਏ ਨਾ ਇੱਥੇ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਚੌਧਰੀ ਸ਼ਮੀਰ ਨੇ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ, 3 ਮਹੀਨੇ ਮਹਾਰਾਜ ਉੱਥੇ ਰਹੇ, ਤੇ ਚੌਧਰੀ ਸ਼ਮੀਰ ਕਲਗੀਧਰ ਪਾਤਸ਼ਾਹ ਜੀ ਨੂੰ ਕਹਿੰਦਾ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਆਪਣਾ ਸੀਤ ਪ੍ਰਸ਼ਾਦ ਦੇ ਦਿਓ ਛਕਣ ਵਾਸਤੇ। ਮਹਾਰਾਜ ਨੇ 2 ਪ੍ਰਸ਼ਾਦੇ ਦੇ ਦਿੱਤੇ। ਮਹਾਰਾਜ ਕਹਿੰਦੇ ਇੱਥੇ ਹੀ ਛਕ ਲੈ। ਜਦੋਂ ਘਰ ਲੈ ਕੇ ਗਿਆ ਤੇ ਉਹਦਾ ਇੱਕ ਮਾਮਾ ਸੀ ਸਖੀ ਸਰਵਰ ਨੂੰ ਮੰਨਣ ਵਾਲਾ, ਉਹ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਦਾ ਸੀਤ ਪ੍ਰਸ਼ਾਦ ਆਪਾਂ ਨਹੀਂ ਖਾਣਾ, ਲਾਲਾਂ ਵਾਲਾ ਰੁੱਸ ਜਾਏਗਾ। ਉਹਨੇ ਉਹ ਪ੍ਰਸ਼ਾਦ ਧਰਤੀ 'ਚ ਦਬਾ ਦਿੱਤਾ। ਜਦੋਂ ਸਤਿਗੁਰਾਂ ਕੋਲ ਵਾਪਸ ਆਏ ਸ਼ਮੀਰ ਚੌਧਰੀ ਅਗਲੇ ਦਿਨ ਪ੍ਰਸ਼ਾਦਾ ਲੈ ਕੇ, ਤੇ ਮਹਾਰਾਜ ਕਹਿੰਦੇ ਚੌਧਰੀ ਪ੍ਰਸ਼ਾਦਾ ਛਕ ਲਿਆ ਸੀ? ਕਹਿੰਦਾ ਜੀ ਮਾਮਾ ਬੜਾ ਮੇਰਾ ਕੁਪਤਾ, ਉਹਨੇ ਮੈਨੂੰ ਖਾਣ ਨਹੀਂ ਦਿੱਤਾ, ਸਾਰੇ ਟੱਬਰ ਨੂੰ ਮੈਂ ਛਕਾਉਣਾ ਚਾਹੁੰਦਾ ਸੀ। ਉਹ ਕਹਿੰਦਾ ਮੈਂ ਰੁੱਸ ਕੇ ਚਲਾ ਜਾਵਾਂਗਾ, ਕਿਉਂਕਿ ਮਾਮੇ ਨੇ ਪਾਲੇ ਸੀ ਚੌਧਰੀ ਸ਼ਮੀਰ ਹੋਰੀ, ਪਿਓ ਇਹਨਾਂ ਦਾ ਛੋਟਿਆਂ ਨੂੰ ਛੱਡ ਕੇ ਮਰ ਗਿਆ ਸੀਗਾ। ਤੇ ਉਹ ਕਹਿੰਦਾ ਵੀ ਜੇ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ ਤੇ ਮੈਂ ਤੁਹਾਡੇ ਘਰ ਰਹਿਣਾ ਕੋਈ ਨਹੀਂ। ਤੇ ਉਹਨੇ ਰੋਟੀ ਤੁਹਾਡੀ ਮਹਾਰਾਜ ਜੀ ਜ਼ਮੀਨ 'ਚ ਦੱਬ ਦਿੱਤੀ। ਤੇ ਮਹਾਰਾਜ ਕਹਿੰਦੇ ਚਲੋ ਚੰਗਾ ਆ, ਮਾਲਵੇ ਦੀ ਧਰਤੀ ਭੁੱਖੀ ਰੱਜ ਗਈ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਕਲਗੀਧਰ ਪਾਤਸ਼ਾਹ ਦਾ ਸੀਤ ਪ੍ਰਸ਼ਾਦ ਛਕਿਆ ਧਰਤੀ ਨੇ। ਮਾਲਵੇ ਜੰਗਲ ਦੇਸ਼ ਦੀ ਧਰਤੀ ਇੰਨੀ ਰੱਜੀ ਹੈ ਕਿ ਅੱਜ ਕਿਸੇ ਚੀਜ਼ ਦੀ ਉੱਥੇ ਕਮੀ ਨਹੀਂ ਰਹੀ। ਉੱਥੇ ਜੰਗਲ ਦੇਸ਼ ਵਿੱਚ ਖਾਲਸਾ ਪਹੁੰਚ ਗਿਆ ਹੈ ਜੈਤੋ ਕੇ ਉਹਾਂ ਗ੍ਰਾਮ। ਉੱਥੇ ਸਾਧ ਸੰਗਤ ਜੀ ਜੈਤੋ ਕੇ ਗ੍ਰਾਮ, ਜੈਤੋ ਸੁਣਿਆ ਤੁਸੀਂ, ਜੈਤੋ ਦਾ ਮੋਰਚਾ ਵੀ ਲੱਗਾ ਸੀਗਾ। ਇਹ ਜਿਹੜਾ ਇਲਾਕਾ ਹੈ ਸਾਰਾ ਬਹੁਤ ਵੱਡਾ, ਬਠਿੰਡੇ ਦਾ ਭਗਤਾ ਭਾਈ ਕਾ, ਬਾਜਾ ਖਾਨਾ, ਬਰਨਾਲਾ, ਜੈਤੋ, ਮਾਨਸੇ ਤੱਕ, ਅੱਗੇ ਫਿਰ ਬਠਿੰਡੇ ਤੋਂ ਦਮਦਮੇ ਸਾਹ ਵਾਲਾ ਪਾਸਾ, ਇਹ ਸਾਰਾ ਮਾਲਵਾ ਦੇਸ਼ ਜੰਗਲ ਦੇਸ਼। ਇੱਥੇ ਖਾਲਸੇ ਦੀਆਂ ਫੌਜਾਂ ਪਹੁੰਚ ਗਈਆਂ। ਉਤਰੇ ਸਿੰਘ ਕਰ ਉਹਾਂ ਥਾਮ। ਉੱਥੇ ਪਿੰਡਾਂ ਦੇ ਵਿੱਚ ਕਿਸੇ ਪਿੰਡ 'ਚ 5, ਕਿਸੇ ਪਿੰਡ 'ਚ 10 ਸਿੰਘ ਉਤਰੇ ਹਨ, ਤਾਂ ਕਿ ਪਿੰਡਾਂ ਵਾਲਿਆਂ ਨੂੰ ਔਖ ਨਾ ਹੋਵੇ। ਘੋੜਿਆਂ ਨੂੰ ਘਾਹ ਪੱਠਾ ਵੀ ਚਾਹੀਦਾ ਸੀਗਾ, ਤੇ ਇੱਕ ਪਿੰਡ 'ਚ ਜੇ ਬਹੁਤੇ ਘੋੜੇ ਆ ਜਾਣ, ਸਾਰੇ ਪਿੰਡ ਦੇ ਪੱਠੇ ਉਹੀ ਖਾ ਜਾਣ, ਤੇ ਪਿੰਡ ਵਾਲੇ ਕੀ ਕਰਨਗੇ? 1-2 ਦਿਨ ਤੇ ਰਹਿਣਾ ਨਹੀਂ ਸੀ, ਕਿਉਂਕਿ ਸੱਟਾਂ ਲੱਗੀਆਂ ਹੋਈਆਂ ਸਨ ਸਿੰਘਾਂ ਨੂੰ। ਮਾਲਵੇ ਦੇ ਸਿੰਘਾਂ ਨੇ ਜੀ ਆਇਆਂ ਨੂੰ ਆਖਿਆ, ਤੇ ਕਿਸੇ ਪਿੰਡ ਵਿੱਚ 10, ਕਿਸੇ 'ਚ 5 ਸਿੰਘਾਂ ਦੇ ਉਤਾਰੇ ਕਰਵਾ ਦਿੱਤੇ। ਸੁਖਾ ਸਿੰਘ ਤੈ ਟੰ ਖੁਲਾਏ। ਜੈਤੋ ਪਿੰਡ 'ਚ ਉਤਰਿਆ ਸੁੱਖਾ ਸਿੰਘ। ਸੁੱਖਾ ਸਿੰਘ ਨੇ ਉੱਥੇ ਆਪਣੀ ਲੱਤ ਜਿਹੜੀ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਸੀ, ਲਗਭਗ 400 ਕਿਲੋਮੀਟਰ ਘੋੜੇ ਤੇ ਆਇਆ, ਤੇ ਸਾਧ ਸੰਗਤ ਦੀ ਲੱਤ ਬੰਨੀ ਬਣਾਈ। ਬੜਾ ਹੌਸਲਾ ਸਿੰਘ ਦਾ। ਉੱਥੇ ਆ ਕੇ ਉਹਨੇ ਆਪਣੀ ਪੱਟ ਖੁਲਵਾਇਆ ਤੇ ਘੋੜੇ ਤੋਂ ਉਹਨੂੰ ਥੱਲੇ ਲਾਹ ਕੇ ਮੰਜੇ ਤੇ ਪਾਇਆ। ਸੱਦ ਸਿਆਣੇ ਬੈਦ ਲਗਾਏ। ਸਿਆਣੇ ਹੱਡੀਆਂ ਬੰਨਣ ਵਾਲੇ ਜਿਹੜੇ ਹੁੰਦੇ ਐ, ਉਹਨਾਂ ਨੂੰ ਸੱਦਿਆ। ਉਹਨਾਂ ਨੇ ਉਹ ਹੱਡੀ ਦਾ ਕਾਫੀ ਚੂਰਾ ਹੋ ਚੁੱਕੀ ਸੀ, ਤੋਪ ਦਾ ਗੋਲਾ ਲੱਗਾ ਸੀਗਾ,
ਬੜੀ ਮੁਸ਼ਕਲ ਨਾਲ ਉਹਦਾ ਇਲਾਜ ਕੀਤਾ। ਤੇਲ ਪਾਏ ਟੰਗ ਤਰੀ ਪਨਾਰੇ। ਉਹਨਾਂ ਦਿਨਾਂ ਦੇ ਵਿੱਚ ਤੇਲ ਪਾ ਕੇ ਬੰਨਿਆ ਕਰਦੇ ਸੀਗੇ, ਇਹੀ ਸਾਧਨ ਹੁੰਦੇ ਸੀ ਤੇ ਲੋਕਾਂ 'ਚ ਸੱਤ ਹੁੰਦਾ ਸੀ ਵੀ ਛੇਤੀ ਰਾਜੀ ਹੋ ਜਾਂਦੇ ਸਨ। ਬਾਬਾ ਸੁੱਖਾ ਸਿੰਘ ਜੀ ਥੋੜੇ ਦਿਨਾਂ ਵਿੱਚ ਰਾਜੀ ਹੋ ਗਏ। ਪੈ ਮੰਜੇ ਸਿੰਘ ਮਣੀਆਂ ਹਾਰੇ। ਕਹਿੰਦੇ 6 ਮਹੀਨੇ ਲਗਭਗ ਉਹਨੂੰ ਮੰਜੇ ਤੇ ਪਿਆ ਲੰਘੇ, ਕਿਉਂਕਿ ਲੱਤ ਬਹੁਤ ਬੁਰੀ ਤਰ੍ਹਾਂ ਟੁੱਟੀ ਸੀਗੀ। ਹੌਲੇ ਹੌਲੇ ਉਹ ਕਾਮਯਾਬ ਹੋ ਗਿਆ ਸੁੱਖਾ ਸਿੰਘ। ਫਿਰ ਕਾਰੀਗਰ ਕਰੀ ਤਿਆਰੇ। ਫਿਰ ਕਾਰੀਗਰ ਨੇ ਤਿਆਰੀ ਕਰ ਦਿੱਤੀ, ਲੱਤ ਠੀਕ ਕਰ ਦਿੱਤੀ। ਮਹੀਨੇ 5-6 ਪੂਜੇ ਸਾਰੇ। 5-6 ਮਹੀਨਿਆਂ 'ਚ ਸੁੱਖਾ ਸਿੰਘ ਤੁਰਨ ਜੋਗਾ ਹੋ ਗਿਆ। ਤੇ ਉਸ ਤੋਂ ਬਾਅਦ ਹੋਰ ਵੀ ਜਿਹੜੇ ਸਿੰਘ ਜ਼ਖਮੀ ਸਨ, ਉਹ ਕਿਸੇ ਪਿੰਡ 'ਚ 2, ਕਿਸੇ ਪਿੰਡ 'ਚ 4 ਇੱਦਾਂ ਬੈਠੇ ਹੋਏ ਸਨ। ਮਾਲਵੇ ਦੀਆਂ ਜਿਹੜੀਆਂ ਸੰਗਤਾਂ ਸਨ, ਸਿੰਘ ਸਨ, ਉਹ ਉਦੋਂ ਸੇਵਾ ਕਰਿਆ ਕਰਦੇ ਸਨ। ਫਿਰ ਸਿੰਘ ਮੱਜਣ ਕਰ ਸ਼ਸਤਰ ਪਹਿਰੇ। ਫਿਰ ਭਾਈ ਸੁੱਖਾ ਸਿੰਘ ਜੀ ਤੁਰਨ ਫਿਰਨ ਜੋਗੇ ਹੋਏ ਜਦੋਂ ਇਸ਼ਨਾਨ ਪਾਣੀ ਕੀਤਾ ਤੇ ਫਿਰ ਉਹਨਾਂ ਨੇ ਸ਼ਸਤਰ ਸਜਾ ਲਏ। ਚੜਿਓ ਘੋੜੇ ਮੁਖ ਉਸੀ ਲਹਿਰੇ। ਉਸੇ ਲਹਿਰ ਵਿੱਚ ਜਿਵੇਂ ਪਹਿਲਾਂ ਤਿਆਰ ਬਰ ਤਿਆਰ ਸੀਗਾ, ਫਿਰ ਘੋੜਸਵਾਰ ਹੋ ਗਿਆ ਸਿੰਘ। ਇਮ ਹਮ ਸੁਣੀ ਪਿਤਾ ਤੇ ਬਾਤ। ਭਾਈ ਸਾਹਿਬ ਰਤਨ ਸਿੰਘ ਜੀ ਕਹਿੰਦੇ ਆ, ਮੈਂ ਆਪਣੇ ਪਿਤਾ ਜੀ ਰਾਏ ਸਿੰਘ ਜੀ ਤੋਂ ਇਹ ਸਾਰੀ ਘਟਨਾ ਇਦਾਂ ਹੀ ਸੁਣੀ ਹੈ, ਜੋ ਉਹਨਾਂ ਨੇ ਮੈਨੂੰ ਦੱਸੀ ਵੀ ਇਦਾਂ ਸੁੱਖਾ ਸਿੰਘ ਜੀ ਜ਼ਖਮੀ ਹੋਏ ਸਨ, ਇਦਾਂ ਉਹਨਾਂ ਦਾ ਇਲਾਜ ਹੋਇਆ ਸੀ, ਇਦਾਂ ਉਹ ਜੈਤੋ 6 ਮਹੀਨੇ ਮੰਜੇ ਤੇ ਰਹੇ ਸਨ ਤੇ ਫਿਰ ਰਾਜੀ ਬਾਜੀ ਹੋ ਕੇ ਫਿਰ ਤਿਆਰ ਬਰ ਤਿਆਰ ਉਦਾਂ ਹੀ ਛਾਲਾਂ ਮਾਰ ਕੇ ਘੋੜੇ ਤੇ ਸਵਾਰ ਹੋ ਗਏ ਸਨ। ਸੁੱਖਾ ਸਿੰਘ ਤਿਸ ਲਿਆਇਓ ਸਾਥ। ਸੁੱਖਾ ਸਿੰਘ ਮੇਰੇ ਪਿਤਾ ਨੂੰ ਨਾਲ ਲੈ ਕੇ ਆਇਆ ਸੀ ਛੋਟੇ ਘੱਲੂ ਘਾਰੇ ਵਿੱਚ। ਇਹ ਗੱਲ ਵੀ ਭਾਈ ਸਾਹਿਬ ਲਿਖ ਰਹੇ ਆ ਵੀ ਮੇਰਾ ਪਿਤਾ ਜਿਹੜਾ ਸੀ ਉਹ ਆਪਣੇ ਸੁੱਖਾ ਸਿੰਘ ਨੂੰ ਆਪਣਾ ਤਾਇਆ ਜਾਂ ਚਾਚਾ ਸਮਝ ਕੇ ਰੱਖਦਾ ਸੀ, ਉਹ ਉਹਨੂੰ ਪੁੱਤਰਾਂ ਦੀ ਤਰ੍ਹਾਂ ਸਮਝਦੇ ਸਨ। ਦੂਸਰਾ ਇਹ ਰਿਸ਼ਤਾ ਸੀਗਾ ਕਿ ਜਿਹੜਾ ਸੁੱਖਾ ਸਿੰਘ ਸੀ ਉਹ ਬਾਬੇ ਸ਼ਾਮ ਸਿੰਘ ਜੀ ਨਾਰਲੇ ਬੁੱਢੇ ਦਲ ਦੇ ਜਿਹੜੇ ਮੀਤ ਜਥੇਦਾਰ ਸਨ, ਉਹਨਾਂ ਦਾ ਪੁੱਤਰ ਬਣਿਆ ਹੋਇਆ ਸੀ। ਸੁੱਖਾ ਸਿੰਘ ਨੂੰ ਨਾਰਲੇ ਵਾਲਾ ਸ਼ਾਮ ਸਿੰਘ ਹੀ ਪੰਥ ਵਿੱਚ ਲੈ ਕੇ ਆਇਆ, ਉਹਨੇ ਹੀ ਉਹਨੂੰ ਅੰਮ੍ਰਿਤ ਛਕਾਇਆ, ਉਹਨੇ ਹੀ ਉਹਨੂੰ ਟ੍ਰੇਨਿੰਗ ਦਿੱਤੀ। ਤੇ ਸ਼ਾਮ ਸਿੰਘ ਨਾਰਲੇ ਵਾਲੇ ਦੀ ਲੜਕੀ ਜਿਹੜੀ ਸੀਗੀ ਉਹ ਰਾਏ ਸਿੰਘ ਨੂੰ ਵਿਆਹੀ ਗਈ। ਇਸ ਕਰਕੇ ਇਹਨਾਂ ਦਾ ਆਪਸ 'ਚ ਪਰਿਵਾਰਕ ਸੰਬੰਧ ਜਿਵੇਂ ਹੁੰਦਾ ਉਹ ਬਣਿਆ ਹੋਇਆ ਸੀਗਾ। ਤੇ ਭਾਈ ਰਾਏ ਸਿੰਘ ਜੀ ਕਹਿੰਦੇ ਆ ਵੀ ਮੈਂ ਨਾਲ ਸੀ ਜਥੇਦਾਰ ਸੁੱਖਾ ਸਿੰਘ ਹੋਰਾਂ ਦੇ, ਉਹਨਾਂ ਦੀ ਮੈਂ ਸੇਵਾ ਕਰਦਾ ਰਿਹਾ। ਉਹ 6 ਮਹੀਨੇ ਮੰਜੇ ਤੇ ਰਹੇ, ਫਿਰ ਉਹ ਰਾਜੀ ਹੋ ਗਏ। ਚੌਪਈ ਮੈਂ ਉਨਕੀ ਬਾਤ ਸੁਣਾਉ। ਕਵੀ ਜੀ ਕਹਿੰਦੇ ਮੈਂ ਹੁਣ ਉਹ ਗੱਲਾਂ, ਇੱਧਰ ਮਾਲਵੇ 'ਚ ਬੜੇ ਸਿੰਘ ਰਹੇ, ਨਵਾਬ ਕਪੂਰ ਸਿੰਘ ਵੀ ਇੱਧਰ ਆ ਗਏ, ਜੱਸਾ ਸਿੰਘ ਆਲੂ, ਘੋੜਸਵਾਰ ਲਗਭਗ ਮਾਲਵੇ 'ਚ ਆ ਗਏ। ਪੈਦਲ ਜਿਹੜੇ ਪਹਾੜ ਤੋਂ ਚੜ੍ਹੇ ਸੀਗੇ, ਮੈਂ ਉਹਨਾਂ ਦੀ ਗੱਲ ਤੁਹਾਨੂੰ ਦੱਸਦਾ ਹਾਂ। ਰਹਿ ਜੋ ਪੜੋਲ ਕਠੂਐ ਥਾਉ। ਜਿਹੜੇ ਪੜੋਲ ਕਠੂਆ ਬਸੌਲੀ ਉਹ ਉੱਪਰ ਪਹਾੜਾਂ ਦੇ ਵਿੱਚ ਇਲਾਕੇ 'ਚ ਗਏ ਸਨ, ਉਹਨਾਂ ਦੀ ਕਥਾ ਦੱਸਦਾ ਹਾਂ। ਬਚੇ ਘੋੜੇ ਸੋ ਏ ਦਿਸ ਆਏ। ਜਿਹੜੇ ਘੋੜਿਆਂ ਵਾਲੇ ਸਨ ਉਹ ਇੱਧਰ ਮਾਲਵੇ 'ਚ ਆ ਗਏ, ਜਿਹੜੇ ਪੈਦਲ ਸਨ ਉਹ ਪਹਾੜ ਨੂੰ ਚੜ ਗਏ। ਬਿਨ ਘੋੜੇ ਤੇ ਪਹਾੜ ਚੜਾਏ। ਜਿਨ੍ਹਾਂ ਦੇ ਘੋੜੇ ਕੋਈ ਨਹੀਂ ਸੀ, ਉਹ ਪੈਦਲ ਸਜਾਦੇ ਸਿੰਘ ਉਹ ਪਹਾੜ ਨੂੰ ਚੜਾ ਦਿੱਤੇ। ਚੌਵਲ ਹੋ ਗਏ ਸਿੰਘਨ ਕੇ ਫੇਰੇ। ਉਸ ਵੇਲੇ ਸਿੰਘਾਂ ਦਾ ਚਾਰੇ ਪਾਸੇ ਮੂੰਹ ਹੋਇਆ, ਜਿੱਧਰ ਜਿੱਧਰ ਮੂੰਹ ਹੋਇਆ ਉਧਰ ਨੂੰ ਫੌਜਾਂ ਨਿਕਲ ਗਈਆਂ। ਦੁਸ਼ਮਣ ਦੇ ਘੇਰੇ ਚੋਂ ਨਿਕਲਣ ਵਾਸਤੇ ਇਦਾਂ ਦੀ ਰਣਨੀਤੀ ਅਪਣਾਉਣੀ ਪਈ। ਐਸੇ ਪੈ ਦੁਖਨ ਕੇ ਘੇਰੇ। ਇਦਾਂ ਦਾ ਦੁੱਖ ਦਾ ਘੇਰਾ ਸਿੰਘਾਂ ਦੇ ਪਿਆ, ਇਦਾਂ ਦੀ ਮੁਸੀਬਤ ਛੋਟੇ ਘੱਲੂ ਘਾਰੇ ਨੂੰ ਯਾਦ ਐਵੇਂ ਨਹੀਂ ਕਰਦੇ ਸਾਧ ਸੰਗਤ ਜੀ, ਵਾਕਈ ਘੱਲੂ ਘਾਰਾ ਸੀਗਾ। ਜਦੋਂ ਕੋਈ ਸਿੱਖਾਂ ਦਾ ਪੱਤਾ ਵੈਰੀ ਬਣ ਗਿਆ ਸੀ ਪੰਜਾਬ ਦੇ ਵਿੱਚ, ਕੋਈ ਪੋਥੀ ਗ੍ਰੰਥ ਗੁਰਬਾਣੀ ਦਾ ਘਰ 'ਚ ਰੱਖੇ ਉਹਨੂੰ ਵੀ ਮਾਰ ਦਿੰਦੇ ਸਨ। ਕੋਈ ਗੁਰਬਾਣੀ ਭਾਵੇਂ ਮੋਨਾ ਬੰਦਾ ਵੀ ਪੜ੍ਹੇ ਤੇ ਉਹਨੂੰ ਵੀ ਫੜ ਲੈਂਦੇ ਸੀ ਵੀ ਤੂੰ ਗੁਰਬਾਣੀ ਕਿਉਂ ਪੜ੍ਹਦਾ ਹੈ। ਤੇ ਜੇ ਦਾੜੀ ਕੇਸ ਕਿਸੇ ਨੇ ਰੱਖੇ ਹੋਣ ਸ਼ੌਂਕ ਨਾਲ ਤੇ ਉਹਨੂੰ ਆਰਡਰ ਸੀ ਵੀ ਤੂੰ ਆਪਣੇ ਮਨਵਾ ਦੇ। ਹਿੰਦੂਆਂ ਨੇ ਜੇ ਕਿਸੇ ਦਾੜੀ ਰੱਖੀ ਸੀ ਕਿਸੇ ਨੇ ਤੇ ਉਹ ਮਨਵਾ ਦਿੱਤੀ ਸੀ। ਤੇ ਜਿਹੜੇ ਸਿੰਘ ਸਨ ਉਹਨਾਂ ਨੂੰ ਦਾੜੀ ਕੇਸ ਮਨਵਾਣੇ ਬੜੇ ਮੁਸ਼ਕਲ ਸਨ। ਉਹਨਾਂ ਦੀ ਪਛਾਣ ਹੁੰਦੀ ਸੀ, ਉਹਨਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਹਾਂਜੀ, ਉਤੇ ਦਰਿਆਏ ਸੋ ਤੁਰਤ ਜਰੁੜਾਵੈ। ਸਾਧ ਸੰਗਤ ਜੀ, ਜਿਹੜੇ ਸਿੰਘ ਦਰਿਆ ਦੇ 'ਚ ਬੜੇ ਸਨ ਰਾਵੀ ਦੇ, ਉਹ ਵਿਚਾਰੇ ਰਾਵੀ 'ਚ ਬਹੁਤ ਰੁੜ ਗਏ। ਬਹੁਤ ਸਿੰਘ ਤਾਂ ਰਾਵੀ ਦਰਿਆ ਨੇ ਖਾ ਲਏ।
ਹਾਂਜੀ। ਉਤ ਪਹਾੜੀਏ ਗੱਲ ਰਸੀ ਤੇ ਪਾਵੈ। ਜਿਹੜੇ ਉੱਪਰ ਸਿੰਘ ਪਹਾੜ ਨੂੰ ਚੜੇ ਸਨ ਉਹਨਾਂ ਨੂੰ ਪਹਾੜੀਆਂ ਨੇ ਘੇਰ ਘੇਰ ਕੇ ਮਾਰ ਦਿੱਤਾ। ਕਿਤੋਂ ਫੌਜ ਦੀਵਾਨ ਜੋ ਠਈ। ਇੱਧਰ ਜਿਹੜੀ ਦੀਵਾਨ ਦੀ ਲੱਖੂ ਦੀ ਲਖਪਤ ਰਾਏ ਦੀ ਫੌਜ ਪਈ ਸੀ ਪਿੱਛੇ, ਉਹਨੇ ਤਾਂ ਬਹੁਤ ਨੁਕਸਾਨ ਕੀਤਾ ਸਿੱਖਾਂ ਦਾ। 100 ਸਿੰਘਨ ਕੋ ਕਾਟਤ ਪਈ। ਉਹਨੇ ਫੌਜ ਨੇ ਵੀ ਤੋਪਾਂ ਦੇ ਗੋਲੇ ਮਾਰ ਮਾਰ ਕੇ ਸਿੰਘਾਂ ਦਾ ਜੰਗ ਦੇ ਮੈਦਾਨ ਵਿੱਚ ਬਹੁਤ ਨੁਕਸਾਨ ਕੀਤਾ। ਬਹੁਤ ਸਿੰਘ ਸ਼ਹੀਦ ਹੋਏ ਜੰਗ ਦੇ ਵਿੱਚ। ਅੱਗੇ ਰਾਹ ਨ ਲੱਭੈ ਪਹਾੜੀ। ਉਧਰ ਪਹਾੜ ਨੂੰ ਰਸਤਾ ਨਹੀਂ ਸੀ ਲੱਭਦਾ ਵੀ ਕਿੱਧਰੋਂ ਜਾਈਏ। ਪਹਾੜ ਦੇ ਰਸਤੇ ਕੋ ਆਮ ਤਾਂ ਹੁੰਦੇ ਨਹੀਂ, ਕਿਤੇ ਪਗਡੰਡੀ ਹੁੰਦੀ ਹੈ, ਉਹ ਵੀ ਕਿਸੇ ਨੂੰ ਪਤਾ ਲੱਗਾ ਹੋਵੇ, ਜਿਹਨੇ ਪਹਿਲਾਂ ਰਾਹ ਦੇਖਿਆ ਹੋਵੇ ਉਹ ਜਾ ਸਕਦਾ। ਜਿਹੜੇ ਬੰਦੇ ਨੂੰ ਪਹਾੜ ਦਾ ਰਾਹ ਲੱਭਣਾ ਪਵੇ ਉਹਨੂੰ ਬੜੀ ਮੁਸ਼ਕਲ ਹੁੰਦੀ ਹੈ। ਸਿੰਘਾਂ ਨੂੰ ਰਾਹ ਲੱਭਣਾ ਪੈਂਦਾ ਸੀ, ਤੇ ਜਿੱਥੇ ਇਕੱਲੇ ਦੁਕੱਲੇ ਸਿੰਘ ਫਸ ਜਾਂਦੇ ਸੀ ਪਹਾੜੀਏ ਮਾਰ ਦਿੰਦੇ ਸੀ। ਐਸੀ ਪਈ ਸਮੇਂ ਕੀ ਕਾਰੀ। ਏਦਾਂ ਸਿੰਘਾਂ ਨੂੰ ਸਮੇਂ ਦਾ ਪਰਤਾਰਾ ਝੱਲਣਾ ਪਿਆ। ਕਾਲ ਕਰਮ ਇਹੋ ਜਿਹਾ ਵਰਤਿਆ, ਖੁਆਰੀ ਬਹੁਤ ਹੋਈ ਪੰਥ ਖਾਲਸੇ ਦੀ। ਦੋਹਰਾ ਔਰ ਬਾਤ ਕਛੂ ਨਹਿ ਬਣੈ ਸਿੰਘਨ ਯਹ ਮਤ ਕੀਨ। ਉਹ ਜਿਹੜੇ ਪਹਾੜ ਨੂੰ ਚੜੇ ਨੇ, ਪੜੋਲ ਨੂੰ, ਕਡੂਹੇ ਨੂੰ ਜਾਂ ਬਸੌਲੀ ਵਾਲੂਤਾ ਨੂੰ, ਉਹ ਜਿਹੜੇ ਉਧਰ ਗਏ ਨੇ ਉਹਨਾਂ ਦੀ ਕਥਾ ਭਾਈ ਸਾਹਿਬ ਕਹਿੰਦੇ ਉਹਨਾਂ ਨੇ ਫਿਰ ਇਹ ਮਤਾ ਕੀਤਾ। ਪੁੱਤਰੇ ਸਭੇ ਪਿਆਦ ਹੋਏ ਟਿਕ ਟਿਕ ਪਰੇ ਜ਼ਮੀਨ। ਉਹ ਵਿਚਾਰੇ ਪੈਦਲ ਜਿਹੜੇ ਉੱਪਰ ਪਹਾੜ ਦੇ ਚੜ੍ਹਦੇ ਫੇਰ ਪਿਛਾਂ ਮੁੜਨਾ ਪੈਂਦਾ ਤੇ ਡਿੱਗ ਡਿੱਗ ਕੇ ਧਰਤੀ ਦੇ ਉੱਤੇ ਖੱਡਾਂ ਦੇ ਵਿੱਚ ਸ਼ਹੀਦ ਹੁੰਦੇ ਰਹੇ। ਚੌਪਈ ਪਾਛੇ ਪੜੇ ਪਹਾੜੀਏ ਫੇਰ। ਪਹਾੜੀਏ ਉਹਨਾਂ ਸਿੰਘਾਂ ਦੇ ਪਿੱਛੇ ਪੈ ਗਏ ਜਿਹੜੇ ਪੈਦਲ ਸਨ ਉੱਤੇ ਗਏ ਹੋਏ ਸਿੰਘ। ਸਿੰਘਨ ਮਾਰੇ ਕੂਟੇ ਘੇਰ। ਉਹ ਸਿੰਘਾਂ ਨੂੰ ਉਹਨਾਂ ਨੇ ਬਹੁਤ ਸ਼ਹੀਦ ਕੀਤਾ। ਸਿੰਘ ਵੀ ਲੜਦੇ ਰਹੇ ਉਹਨਾਂ ਦੇ ਨਾਲ। ਸਿੰਘਨ ਉੱਚੇ ਪਰਬਤ ਕਾਏ। ਫਿਰ ਸਾਧ ਸੰਗਤ ਸਿੰਘ ਉੱਚੇ ਪਹਾੜਾਂ ਨੂੰ ਚੜ ਗਏ। ਹੱਥ ਨਾ ਪਹੁੰਚਿਓ ਡੱਬ ਫਿਰ ਆਏ। ਪਰ ਉੱਚੇ ਪਹਾੜਾਂ ਤੇ ਹੱਥ ਨਹੀਂ ਪਹੁੰਚਿਆ, ਫੇਰ ਪਿਛਾਂ ਪਰਤਣਾ ਪਿਆ। ਐਸੀ ਆਨ ਚੁਫੇਰੀ ਪਈ। ਇਸ ਤਰ੍ਹਾਂ ਦੀ ਚੁਫੇਰੀ ਪਈ, ਭਾਵ ਚਾਰੇ ਪਾਸਿਓਂ ਕਾਲ ਨੇ ਘੇਰਿਆ। ਇੱਥੇ ਕਹਿਣ ਦਾ ਮਤਲਬ ਕਵੀ ਜੀ ਦਾ ਇਉਂ ਹੈ ਵੀ ਕਿਤੇ ਦੇ ਸਿੰਘ 10 ਸਨ, ਕਿਤੇ 20 ਸਨ, ਕਿਤੇ 100 ਸਨ। ਜਿਹਦੇ ਸਿੰਘਾਂ ਦਾ ਜ਼ੋਰ ਪੈਂਦਾ ਸੀ ਉੱਥੇ ਦੇ ਸਿੰਘ ਬਚਾਅ ਕਰ ਲੈਂਦੇ ਸਨ। ਜਿੱਥੇ ਥੋੜੇ ਹੁੰਦੇ ਸਨ ਪਹਾੜੀਏ ਉਹਨਾਂ ਨੂੰ ਮਾਰ ਦਿੰਦੇ ਸਨ। ਕਿਤੇ ਸਿੰਘ ਉੱਪਰ ਚੜ ਜਾਂਦੇ, ਪਹਾੜਾਂ ਦੇ ਬਹੁਤ ਉੱਪਰ ਚਲੇ ਜਾਂਦੇ ਤੇ ਉੱਥੇ ਘਿਰ ਜਾਂਦੇ ਤੇ ਖਾਣ ਪੀਣ ਨੂੰ ਮਿਲਦਾ ਕੁਛ ਨਹੀਂ। ਉਹਨਾਂ ਦੇ ਪਿੰਡਾਂ 'ਚ ਹੀ ਜਾਣਾ ਪੈਂਦਾ ਸੀ। ਤੇ ਪਹਾੜੀਏ ਇੰਨੇ ਕੰਜੂਸ ਹੁੰਦੇ ਆ ਵੀ ਉਹ ਕਿਸੇ ਨੂੰ ਨੇੜੇ ਲੱਗਣ ਨਹੀਂ ਜਾਂਦੇ। ਉਹਨਾਂ ਨੂੰ ਆਪਣੀ ਰੋਟੀ ਮਸੀ ਚੱਲਦੀ ਹੈ, ਫਸਲਾਂ ਪਹਾੜ 'ਚ ਘੱਟ ਹੁੰਦੀਆਂ ਹੁਣ ਕਰਕੇ ਉਹ ਇਹ ਚਾਹੁੰਦੇ ਵੀ ਸਿੱਖ ਸਾਡੇ ਇੱਥੇ ਰਹਿਣ ਨਾ। ਉਹਨਾਂ ਨੂੰ ਇਹ ਖਤਰਾ ਸੀ ਵੀ ਜੇ ਇੱਥੇ ਰਹਿ ਗਏ ਤੇ ਸਾਡੇ ਕੋਲ ਸਮਾਨ ਇਹ ਖਾ ਪੀ ਜਾਣਗੇ। ਇਸ ਕਰਕੇ ਉਹ ਪਹਾੜੀਏ ਇਕੱਠੇ ਹੋ ਕੇ ਸਿੱਖਾਂ ਨੂੰ ਪੈ ਜਾਂਦੇ ਸਨ। ਹਾਂਜੀ। ਸਿੰਘਨ ਪੋਰਖ ਨਾਹੇ ਬਸਈ। ਸਿੰਘਾਂ ਦਾ ਉੱਥੇ ਬਲ ਜ਼ੋਰ ਨਹੀਂ ਚੱਲਦਾ। ਬਗਾਨਾ ਦੇਸ਼ ਹੈ, ਬਗਾਨਾ ਮੁਲਕ ਹੈ, ਰਸਤਿਆਂ ਦੇ ਭੇਤੀ ਨਹੀਂ ਹਨ, ਇਸ ਕਰਕੇ ਮਰਦੇ ਹਨ। ਲੁੱਟ ਨਾ ਸਕੈ ਮੋਲ ਨਾ ਪਾਵੈ। ਲੁੱਟ ਸਕਦੇ ਨਹੀਂ ਕਿਉਂਕਿ ਲੁੱਟ ਕਰਾਂਗੇ ਤੇ ਫਿਰ ਪਹਾੜੀ ਇਕੱਠੇ ਹੋ ਕੇ ਆ ਜਾਣਗੇ ਮਾਰਨ, ਤੇ ਮੁੱਲ ਮਿਲਦਾ ਕੁਛ ਨਹੀਂ ਉੱਥੇ। ਹਾਂਜੀ। ਇਤ ਕਰ ਭੁੱਖੇ ਮਰ ਮਰ ਜਾਵੈ। ਭੁੱਖ ਨਾਲ ਹੀ ਕਈ ਤਾਂ ਵਿਚਾਰੇ ਉੱਥੇ ਪਹਾੜਾਂ ਵਿੱਚ ਮਰ ਗਏ, ਭੁੱਖ ਨਾਲ ਹੀ, ਖਾਣ ਨੂੰ ਮਿਲਿਆ ਹੀ ਕੁਛ ਨਹੀਂ। ਜਿੱਧਰ ਜਾਵੈ ਉਧਰੋਂ ਮਰਾਵੈ। ਜਿੱਧਰ ਜਾਂਦੇ ਨੇ ਸਿੰਘ ਉਧਰ ਹੀ ਮਰਦੇ ਨੇ। ਖੜ ਖੜ ਸਿੰਘ ਚੁਫੇਰੇ ਤਕਾਵੈ। ਖੜ ਖੜ ਕੇ ਚੁਫੇਰੇ ਦੇਖਦੇ ਨੇ ਪਹਾੜਾਂ ਦੇ ਵਿੱਚ, ਕੋਈ ਰਾਹ ਨਹੀਂ ਲੱਭਦਾ, ਕੋਈ ਸਹਾਰਾ ਨਹੀਂ ਹੈ, ਨਾ ਤਾਂ ਉੱਥੇ ਕੋਈ ਅੰਨ ਦਾ ਦਾਣਾ ਦਿਸਦਾ ਹੈ ਤੇ ਨਾ ਸਿੰਘ ਲੁੱਟਮਾਰ ਕਰ ਸਕਦੇ ਨੇ। ਉੱਥੇ ਬਗਾਨਾ ਦੇਸ਼ ਹੈ, ਜੇ ਮਾੜੀ ਜੀ ਹਲਚਲ ਕਰਨਗੇ ਪਹਾੜੀਏ ਬਹੁਤ ਨੇ ਆ ਜਾਣਗੇ, ਕੱਲਾ ਤੋਂ ਕੱਲਾ ਬੰਦਾ ਕੀ ਕਰੇਗਾ। ਹਾਂਜੀ। ਤਬ ਸਿੰਘਨ ਨੇ ਯਹ ਮਤ ਠਈ। ਤਾਂ ਫਿਰ ਸਿੰਘਾਂ ਨੇ ਏਦਾਂ ਮਤਾ ਕੀਤਾ ਖਾਲਸੇ ਨੇ ਹਮੈ ਪ੍ਰਤੀਪਨ ਬੁਰੀ ਨਾ ਕਈ। ਕਿ ਅਸੀਂ ਹਮੈ ਪਰ ਹਮ ਪਰ ਪ੍ਰੀਤਮ ਬੁਰੀ ਨਾ ਕਈ। ਅਸੀਂ ਪਹਾੜੀਆਂ ਦਾ ਕੋਈ ਬੁਰਾ ਨਹੀਂ ਕੀਤਾ, ਅਸੀਂ ਪਹਾੜੀਆਂ ਦਾ ਕੋਈ ਨੁਕਸਾਨ ਨਹੀਂ ਕੀਤਾ। ਇਹਨਾਂ ਹਿੰਦੂ ਰਾਜਿਆਂ ਦੇ ਨਾਲ ਕਦੀ ਵੀ ਅਸੀਂ ਬੁਰਾ ਵਾਅਦਾ ਨਹੀਂ ਕੀਤਾ। ਸਗਵਾ ਪਰਬਿਤਿਆਂ ਕੇ ਰਿਪ ਮਾਰੇ। ਬਲਕਿ ਅਸੀਂ ਇਹਨਾਂ ਦੇ ਜਿਹੜੇ ਦੁਸ਼ਮਣ ਸੀਗੇ ਤੁਰਕ ਉਹ ਮਾਰੇ ਹਨ, ਕਿਉਂਕਿ ਪਹਾੜੀਏ ਜਿਹੜੇ ਸਨ ਉਹ ਹਿੰਦੂ ਰਾਜੇ ਸਨ ਤੇ ਮੁਗਲ ਜਿਹੜੇ ਸਨ ਉਹ ਪਹਾੜੀਆਂ ਤੋਂ ਟੈਕਸ ਮੰਗਿਆ ਕਰਦੇ ਸਨ। ਇਸੇ ਕਰਕੇ ਰਾਜੇ ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲੇ 'ਚ ਬੰਦ ਕੀਤਾ ਸੀ ਵੀ ਉਹਨੇ ਕਈ ਸਾਲ ਦਾ ਟੈਕਸ ਨਹੀਂ ਸੀ ਤਾਰਿਆ।
ਤੇ ਇੱਕ ਸੁਜਾਨ ਰਾਏ ਭੰਡਾਰੀ ਹੋਇਆ ਬਟਾਲੇ ਸ਼ਹਿਰ ਦਾ। ਉਹਨੇ 1695 'ਚ ਕਿਤਾਬ ਲਿਖੀ ਖੁਲਾਸਤੂ ਤਵਾਰੀਖ, ਹਿੰਦੁਸਤਾਨ ਦੇ ਸਾਰੇ ਸ਼ਹਿਰਾਂ, ਕਿਲਿਆਂ ਤੇ ਪੂਰੇ ਜੋਗਰਾਫੀਏ ਦਾ, ਪੂਰੇ ਕਿਲਿਆਂ ਦਾ, ਹਿੰਦੁਸਤਾਨ ਦੇ ਰਿਆਸਤਾਂ ਦਾ, 22 ਸੂਬਿਆਂ ਦਾ ਇਤਿਹਾਸ ਲਿਖਿਆ। ਉਹ ਸੁਜਾਨ ਰਾਏ ਭੰਡਾਰੀ ਨੇ ਜਿਹੜੀ ਕਹਿਲੂਰ ਰਿਆਸਤ ਹੈ ਉਹਦਾ ਵੀ ਜ਼ਿਕਰ ਕੀਤਾ ਹੈ। ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰਹਿਣ ਦਾ, ਉਸ ਵੇਲੇ ਦਾ ਵੀ ਜ਼ਿਕਰ ਕੀਤਾ ਵੀ ਉੱਥੇ ਗੁਰੂ ਗੋਬਿੰਦ ਜੀ ਰਹਿੰਦੇ ਹਨ, ਔਰ ਗੁਰੂ ਸਾਹਿਬ ਬਾਰੇ ਕਾਫੀ ਜਾਣਕਾਰੀ ਦਿੱਤੀ ਹੈ, ਕਿਉਂਕਿ ਸੁਜਾਨ ਰਾਏ ਭੰਡਾਰੀ ਗੁਰੂ ਘਰ ਨਾਲ ਹੀ ਸੰਬੰਧਿਤ ਸੀ, ਬਟਾਲੇ ਸ਼ਹਿਰ ਦਾ ਸੀਗਾ, ਫਾਰਸੀ ਦਾ ਉਹ ਵਿਦਵਾਨ ਸੀ। ਉਹਨੇ ਗੱਲ ਲਿਖੀ ਹੈ ਕਿ ਜਿਹੜਾ ਕਹਿਲੂਰ ਦਾ ਰਾਜਾ ਹੈ, ਯਾਨੀ ਭੀਮ ਚੰਦ ਦੇ ਪਿਓ ਦਾਦੇ ਪੜਦਾਦਿਆਂ ਦਾ ਨਾਂ ਵੀ ਲਿਖਿਆ। ਉਹ ਕਹਿੰਦਾ ਇਹ ਜਿਹੜੀ ਰਿਆਸਤ ਹੈ ਇਹ ਅਕਸਰ ਸਰਕਾਰੀ ਟੈਕਸ ਨਹੀਂ ਦਿੰਦੀ, ਇਹ ਬਾਗੀ ਰਹਿੰਦਾ ਹੈ। ਇੱਕ ਪਾਸੇ ਕਹਿੰਦਾ ਪਹਾੜ ਨੇ ਸ਼ਿਵਾਲਕ ਦੇ, ਇੱਕ ਪਾਸੇ ਦਰਿਆ ਸਤਲੁਜ ਵਗਦਾ ਹੈ, ਇਸ ਕਰਕੇ ਉਹਨੂੰ ਦੁਸ਼ਮਣ ਦਾ ਖਤਰਾ ਘੱਟ ਹੈ ਵੀ ਬਾਦਸ਼ਾਹ ਦੀ ਫੌਜ ਜਦੋਂ ਆਏਗੀ ਦੇਖੀ ਜਾਏਗੀ। ਉਹ ਆਕੀ ਹੋ ਜਾਂਦਾ। ਕਈ ਵਾਰੀ ਇਹ ਆਕੀ ਹੁੰਦੇ ਰਹੇ। ਤਾਰਾ ਚੰਦ ਨੂੰ ਇਸੇ ਕਰਕੇ ਜਹਾਂਗੀਰ ਨੇ ਫੜ ਕੇ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕੀਤਾ, ਗੁਰੂ ਹਰਗੋਬਿੰਦ ਸਾਹਿਬ ਛੁਡਾ ਕੇ ਲਿਆਏ। ਫਿਰ ਉਹਦੇ ਪੋਤਰੇ ਭੀਮ ਚੰਦ ਦੇ ਸਮੇਂ ਵੀ ਮਹਾਰਾਜ ਦੀ ਬਾਣੀ 'ਚ ਆਉਂਦਾ ਬਚਿੱਤਰ ਨਾਟਕ ਵਿੱਚ, ਮੀਆਂ ਖਾਨ ਜੰਮੂ ਕੇ ਆਇਓ, ਅਲਫ ਖਾਨ ਨਦੌਨ ਪਠਾਇਓ। ਉਹ ਜਿਹੜੇ ਆਏ ਔਰ ਮਾਮਲਾ ਲੈਣ ਹੀ ਆਏ ਇਹਨਾਂ ਕੋਲੋਂ, ਉਦੋਂ ਭੀਮ ਚੰਦ ਨੇ ਗੁਰੂ ਕਲਗੀਧਰ ਨਾਲ ਸੁਲ੍ਹਾ ਕਰ ਲਈ, ਮੇਰੀ ਮਦਦ ਕਰੋ। ਮਹਾਰਾਜ ਨੇ ਜਾ ਕੇ ਮਦਦ ਕੀਤੀ। ਸੋ ਗੁਰੂ ਸਾਹਿਬ ਤਾਂ ਇਹਨਾਂ ਦੀ ਮਦਦ ਕਰਦੇ ਰਹੇ, ਪਹਾੜੀਆਂ ਦੀ। ਸਿੰਘ ਵੀ ਮਦਦ ਕਰਦੇ ਰਹੇ। ਇਹਨਾਂ ਤੋਂ ਜਿਹੜਾ ਸਰਕਾਰ ਟੈਕਸ ਮੰਗਦੀ ਸੀ ਉਸੇ ਸਰਕਾਰ ਨਾਲ ਸਿੰਘ ਟੱਕਰ ਲੈਂਦੇ ਰਹੇ। ਸਿੰਘ ਸੋਚਦੇ ਆ ਵੀ ਅਸੀਂ ਪਹਾੜੀਆਂ ਦਾ ਬੁਰਾ ਨਹੀਂ ਕੀਤਾ, ਬਲਕਿ ਪਹਾੜੀਆਂ ਦੀ ਅਸੀਂ ਮਦਦ ਕੀਤੀ ਹੈ। ਹਮਨੇ ਇਨਕੇ ਕਾਜ ਸਵਾਰੇ, ਅਸੀਂ ਤਾਂ ਇਹਨਾਂ ਦੇ ਕੰਮ ਸਵਾਰਦੇ ਰਹੇ ਹਾਂ, ਹੁਣ ਤਾਂ ਹੀ ਸਵਾਰੇ ਨੇ। ਹਮ ਤੁਰਕਣ ਸੋ ਜੰਗ ਮਚਾਵੇ, ਅਸੀਂ ਤਾਂ ਇਹਨਾਂ ਦੇ ਦੁਸ਼ਮਣ ਜਿਹੜੇ ਇਹਨਾਂ ਨੂੰ ਟੈਕਸ ਮੰਗਦੇ ਹਨ ਤੁਰਕ, ਉਹਨਾਂ ਨਾਲ ਜੰਗ ਕਰਦੇ ਹਾਂ। ਇਨਕੇ ਉਪਰ ਆਵਨ ਨ ਪਾਵੈ, ਅਸੀਂ ਤੁਰਕਾਂ ਨੂੰ ਰਾਹ ਹੀ ਰੋਕ ਛੱਡਦੇ ਹਾਂ, ਉਹ ਪਹਾੜ ਵੱਲ ਆ ਹੀ ਨਹੀਂ ਸਕਦੇ। ਹਮਨੇ ਜੀਤ ਤੁਰਕ ਅਬ ਮਾਰੇ, ਅਸੀਂ ਤੁਰਕਾਂ ਨੂੰ ਜਿੱਤ ਲਿਆ, ਤੁਰਕਾਂ ਨੂੰ ਭਜਾ ਦਿੱਤਾ। ਇਹ ਟਕਿਆਨ ਤੇ ਪੈ ਸੁਖਾਰੇ, ਇਹਨਾਂ ਨੂੰ ਪੈਸੇ ਟਕੇ ਤਾਰਨ ਦੀ ਹੁਣ ਲੋੜ ਨਹੀਂ, ਇਹਨਾਂ ਦਾ ਟੈਕਸ ਜਿਹੜਾ ਬਚ ਗਿਆ ਹੈ। ਇਹ ਪਹਾੜੀਏ ਕੱਚੇ ਆਦ, ਪਰ ਇਹ ਪਹਾੜੀਏ ਫੇਰ ਵੀ ਸਾਡੇ ਮਿੱਤਰ ਨਹੀਂ ਬਣਦੇ। ਅਸੀਂ ਇਹਨਾਂ ਦਾ ਕਿੰਨਾ ਭਲਾ ਕਰ ਰਹੇ ਹਾਂ। ਜਿਹੜੇ ਇਹਨਾਂ ਨੂੰ ਟੈਕਸ ਮੰਗਣ ਆਉਂਦੇ ਆ, ਇਹਨਾਂ ਨੂੰ ਤੰਗ ਕਰਦੇ, ਉਹਨਾਂ ਨਾਲ ਅਸੀਂ ਲੜਦੇ ਹਾਂ। ਉਹਨਾਂ ਨੂੰ ਰਾਹ 'ਚ ਰੋਕਿਆ ਹੋਇਆ, ਭਾਵ ਸਰਕਾਰ ਲਾਹੌਰ ਦਾ ਤੇ ਸਰਕਾਰ ਦਿੱਲੀ ਦਾ ਤਾਂ ਸਿੰਘਾਂ ਨੇ ਧਿਆਨ ਹੀ ਨਹੀਂ ਜਾਣ ਦਿੱਤਾ ਉੱਤੇ। ਕਈ ਸਾਲਾਂ ਤੋਂ ਸਰਕਾਰ ਨੂੰ ਮੁਸੀਬਤ ਪਈ ਹੋਈ ਸਿੰਘਾਂ ਦੀ। ਸਿੰਘ ਸੋਚਦੇ ਆ ਵੀ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਸਿੰਘਾਂ ਕਰਕੇ ਅਸੀਂ ਬਚੇ ਹੋਏ ਹਾਂ, ਪਰ ਇਹ ਪਹਾੜੀਏ ਮੁੱਢ ਤੋਂ ਕੱਚੇ, ਜਿੰਨਾ ਇਹਨਾਂ ਦਾ ਭਲਾ ਕਰੀਦਾ ਉਹਨਾਂ ਇਹ ਸਾਡਾ ਬੁਰਾ ਕਰਦੇ ਹਨ। ਕਰਿਓ ਇਨੈ ਹਮ ਗੁਰ ਸੋ ਬਾਦ, ਇਹਨਾਂ ਨੇ ਸਾਡੇ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਨਾਲ ਕਿੰਨੇ ਜੰਗ ਲੜੇ ਨੇ। ਅਸ ਕੈ ਸਿੰਘ ਸੋ ਚੜੇ ਪਹਾੜੀ, ਇਸ ਤਰ੍ਹਾਂ ਕਹਿ ਕੇ ਸਿੰਘ ਪਹਾੜ ਨੂੰ ਚੜੇ ਹਨ। ਆਗੇ ਹੋ ਕੇ ਆਪ ਉਜਾੜੀ, ਆਪ ਜੀ ਖਾਲਸਾ ਫਿਰ ਇਕੱਠਾ ਹੋ ਗਿਆ, ਉੱਥੇ ਸਿੰਘ ਇਕੱਠੇ ਹੋ ਗਏ ਤੇ ਉਹਨਾਂ ਨੇ ਜੰਗਲਾਂ ਵਿੱਚ ਸ਼ਿਕਾਰ ਮਾਰਨਾ ਸ਼ੁਰੂ ਕਰ ਦਿੱਤਾ। ਕਈ ਹਜ਼ਾਰ ਸਿੰਘ ਪਰਬਤ ਧਸਿਆ, ਕਈ ਹਜ਼ਾਰ ਸਿੰਘ ਪਹਾੜਾਂ 'ਚ ਧਸ ਗਿਆ। ਫਿਰ ਨਠੋ ਪਹਾੜ ਕਛ ਰਹਿ ਨਾ ਬਸਿਆ, ਫਿਰ ਸਿੰਘ ਕਹਿੰਦੇ ਵੀ ਹੁਣ ਜੇ ਬੰਦੇ ਨਾ ਬਣੇ ਫਿਰ ਸਿੱਧੇ ਕਰ ਦਿਓ, ਨੱਠੋ ਪਹਾੜ, ਫਿਰ ਨਹੀਂ ਵਸਣ ਦੇਣਾ ਇਹਨਾਂ ਪਹਾੜੀਆਂ ਨੂੰ ਅਸੀਂ। ਪਾਛੇ ਤੁਰ ਸੋ ਲਾਗੇ ਜਾਵੈ, ਕਹਿੰਦੇ ਪਿੱਛੇ ਤੁਰਕ ਲੱਗੇ ਹਨ। ਡਿੱਗੇ ਪੜੇ ਤਿਸ ਸੀਸ ਟਿਕਾਵੈ, ਜਿਹੜੇ ਸਿੰਘ ਵਿਚਾਰੇ ਖੱਡਾਂ 'ਚ ਡਿੱਗੇ ਪਏ ਸ਼ਹੀਦ ਹੋ ਗਏ ਸੀ, ਉਹਨਾਂ ਦੇ ਸਿਰ ਵੱਢ ਕੇ ਤੁਰਕ ਲੈ ਗਏ। ਕਾਟਤ ਕੂਟਤ ਵਹਿ ਗਏ ਥਾਕ, ਸਿੰਘਾਂ ਨੂੰ ਮਾਰਦੇ ਮਾਰਦੇ ਤੁਰਕ ਵੀ ਥੱਕ ਗਏ। ਸਿੰਘ ਨਾ ਨਿਖੁੱਟੇ ਰਹਿ ਕੁਛ ਬਾਕ, ਗੁਰੂ ਸਾਹਿਬ ਜੀ ਦੇ ਬਚਨ ਸਨ ਵੀ ਖਾਲਸਾ ਖਤਮ ਨਹੀਂ ਹੋਵੇਗਾ। जिन की सिरजन हम करी निज हाथन के साथ, उनकी समसर जो करे गल जाए कुल साथ। ਉਹ ਫਿਰ ਖਾਲਸਾ ਜਿਹੜਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਉਹ ਗੱਜਦਾ ਰਿਹਾ। ਸਿੰਘ ਨਿਖੁੱਟੇ ਨਹੀਂ, ਮੁੱਕੇ ਨਹੀਂ, ਤੁਰਕ ਥੱਕ ਗਏ ਮਾਰ ਮਾਰ ਕੇ। ਦੋਹਰਾ ਕਹੂੰ ਕਹੂੰ ਸਿੰਘ ਲੜ ਪੜੈ, ਕਹੂੰ ਭੁੱਖੇ ਖਾਵੇਂ ਲੂਟ। ਪਹਾੜ 'ਚ ਸਿੰਘ ਇਕੱਠੇ ਹੋ ਗਏ, ਜਿੱਥੇ ਉਹਨਾਂ ਦੀ ਮੈਜੋਰਟੀ ਬਣ ਗਈ, 5-4 ਹਜ਼ਾਰ ਸਿੰਘ ਬਣ ਗਏ। ਫਿਰ ਉਹਨਾਂ ਨੇ ਕਿਆ ਕਰਿਆ
ਵੀ ਜਿੱਥੇ ਦੇ ਬਣਦਾ ਸੀ ਪ੍ਰੇਮ ਨਾਲ ਕੋਈ ਰਾਜਾ ਆ ਕੇ ਰਸਤਾਂ ਬਸਤਾਂ ਦੇ ਦੇਵੇ, ਨਜ਼ਰਾਨਾ ਦੇ ਦੇਵੇ, ਉੱਥੇ ਤੇ ਆਰਾਮ ਨਾਲ ਬਹਿ ਕੇ ਛਕ ਲੈਂਦੇ, ਤੇ ਜਿੱਥੇ ਨਹੀਂ ਉੱਥੇ ਫਿਰ ਸਿੰਘ ਲੁੱਟ-ਕੁੱਟ ਮਚਾ ਦਿੰਦੇ। ਜੈ ਮੁੱਲ ਦੇਵੇ ਨਾ ਤਹਾਂ ਖਾਵੇਂ ਪੁੱਟ ਸੋ ਬੂਟ। ਜਿੱਥੇ ਮੁੱਲ ਵੀ ਨਾ ਮਿਲੇ ਉੱਥੇ ਫਿਰ ਉਹਨਾਂ ਦੀਆਂ ਫਸਲਾਂ ਬੂਟੇ ਪੱਟ ਕੇ ਖਾ ਲੈਂਦੇ। ਜੋ ਪਈ ਤਹਾਂ ਲਚਾਰ ਰਿਜਕੀ ਪਈ। ਉੱਥੇ ਪਹਾੜ ਵਿੱਚ ਫਿਰ ਅੰਨ ਦੀ ਤੋਟ ਪੈ ਗਈ, ਲਾਚਾਰੀ ਹੋ ਗਈ, ਕਿਉਂਕਿ ਪਹਾੜੀਆਂ ਦਾ ਵੀ ਥੋੜਾ ਹੀ ਖੇਤ ਹੁੰਦੇ ਨੇ, ਉੱਥੇ ਬਹੁਤੇ ਵੱਡੇ ਖੇਤ ਨਹੀਂ ਹੁੰਦੇ, ਪਹਾੜਾਂ 'ਚ ਨਿੱਕੇ ਨਿੱਕੇ ਕਿਆਰੇ ਜਿਹੇ ਉਹਨਾਂ ਨੇ ਲਾਏ ਬਣਾਏ ਹੁੰਦੇ ਨੇ, ਉੱਥੇ ਉਹ ਮੱਕੀ ਮੁੱਕੀ ਬੀਜਦੇ ਆ, ਉਹ ਲਾਚਾਰੀ ਹੋ ਗਈ ਫਿਰ ਉੱਥੇ। ਸਿੰਘ ਸੋ ਚੜ ਗਏ ਭੂਖੇ ਕਈ। ਭੁੱਖੇ ਹਜ਼ਾਰਾਂ ਦੀ ਤਾਦਾਦ 'ਚ ਸਿੰਘ ਆ ਗਏ। ਹੁਣ ਸਿੰਘ ਖਾਣ ਕਿ ਪਹਾੜੀਏ ਖਾਣ, ਏਦਾਂ ਦੀ ਉੱਥੇ ਪਹਾੜ ਦੇ ਇਲਾਕੇ ਵਿੱਚ ਅੰਨ ਪਾਣੀ ਦੀ ਥੋੜ ਹੋ ਗਈ। ਮੁੱਲ ਜੋ ਮੰਗੇ ਨਾ ਟੁਕੇ ਦੁਆਰੇ। ਜੇ ਮੁੱਲ ਮੰਗਦੇ ਤੇ ਉਹ ਮੁੱਲ ਮਿਲਦੀ ਕੋਈ ਚੀਜ਼ ਕੋਈ ਨਹੀਂ, ਮੁੱਲ ਵੀ ਕੋਈ ਦਿੰਦਾ ਕੋਈ ਨਹੀਂ। ਜੋ ਲੁੱਟੇ ਤੋਂ ਰਾਜੇ ਮਾਰੇ। ਜੇ ਸਿੰਘ ਲੁੱਟ ਮਾਰ ਕਰਦੇ ਤੇ ਰਾਜੇ ਫੌਜਾਂ ਭੇਜ ਦਿੰਦੇ ਸਿੱਖਾਂ ਨੂੰ ਮਾਰਨ ਲਈ, ਵੀ ਤੁਸੀਂ ਸਾਡਾ ਇਲਾਕਾ ਲੁੱਟਿਆ। ਹਾਂਜੀ, ਖਰੀਦਣ ਗਏ ਸੋ ਦੇਵੈ ਨਹੀਂ। ਜੇ ਖਰੀਦਣ ਜਾਂਦੇ ਆ ਸਿੰਘ ਤੇ ਕੋਈ ਦਿੰਦਾ ਕੋਈ ਨਹੀਂ, ਦੁਕਾਨਦਾਰ ਸਿੱਖਾਂ ਨੂੰ ਕਹਿੰਦੇ ਭਾਈ ਨਾ ਸੌਦਾ ਹੈ ਨਹੀਂ। ਹਾਂਜੀ, ਖਾਲਸੇ ਕੋਈ ਐ ਖੁਆਰੀ ਪਈ। ਪਹਾੜ 'ਚ ਏਦਾਂ ਸਿੰਘਾਂ ਨੂੰ ਖੁਆਰੀ ਪਰੇਸ਼ਾਨੀ ਹੋਈ। ਕਉ ਕਹੈ ਇਹ ਬੰਦੇ ਸੰਗ ਆਏ। ਕਈ ਪਹਾੜੀਏ ਪਿਛਲੀਆਂ ਗੱਲਾਂ ਯਾਦ ਕਰਦੇ ਬੁੱਢੇ, ਉਹ ਕਹਿੰਦੇ ਇਹ ਉਹੀ ਬੰਦੇ ਨੇ ਜਿਹੜੇ ਬੰਦੇ ਬਹਾਦਰ ਦੇ ਨਾਲ ਲੁੱਟਣ ਆਏ ਸੀ। ਲੂਟ ਕੋਟਿਨ ਹਮ ਸਦਾਏ। ਉਹ ਬੁੱਢੇ ਦੱਸਦੇ ਪਹਾੜੀਏ, ਕਹਿੰਦੇ ਅਜੇ 30 ਸਾਲ ਦੀ ਗੱਲ ਹੈ, ਇਹਨਾਂ ਦਾ ਇੱਕ ਬੰਦਾ ਸੀ, ਉਹ ਆਇਆ ਸੀ, ਇਹਨਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ ਸੀ, ਕਿਉਂਕਿ ਬੰਦੇ ਦੀ ਮੌਤ ਨੂੰ 30 ਸਾਲ ਹੋ ਗਏ, ਸ਼ਹੀਦੀ ਨੂੰ 30 ਸਾਲ ਬਾਅਦ ਬੰਦੇ ਬਹਾਦਰ ਦੀ ਸ਼ਹੀਦੀ ਤੋਂ 30 ਸਾਲ ਬਾਅਦ ਇੱਕ ਛੋਟਾ ਘੱਲੂਘਾਰਾ, ਜਿਹੜੇ ਪੁਰਾਣੇ ਸੀਗੇ ਉਹ ਪਹਾੜੀਏ ਦੱਸਦੇ ਆ, ਕਹਿੰਦੇ ਇਹਨਾਂ ਨੇ ਸਾਡਾ ਇਲਾਕਾ ਲੁੱਟਿਆ ਸੀ ਬੰਦੇ ਬਹਾਦਰ ਨੇ। ਬਹੁਤਨ ਦੇਖ ਸੋ ਜਾਵੇਂ ਭਾਜ। ਉਹ ਕਹਿੰਦੇ ਬੜੇ ਡਾਢੇ ਐ, ਇਹਨਾਂ ਦੇ ਲੜਾਈ ਦੇ ਢੰਗ ਬੜੇ ਵੱਖਰੇ ਸਿੱਖਾਂ ਦੇ, ਜੇ ਸਾਡੀ ਫੌਜ ਜ਼ਿਆਦਾ ਹੋ ਜਾਏ ਤੇ ਨਿਕਲ ਜਾਂਦੇ, ਭੱਜ ਜਾਂਦੇ ਹਨ। ਥੋੜਨ ਕੋ ਲੁੱਟ ਕਰੈ ਇਲਾਜ। ਤੇ ਥੋੜਿਆਂ ਨੂੰ ਇਹ ਲੁੱਟ ਲੈਂਦੇ ਆ, ਇਹਨਾਂ ਦੀ ਨੀਤੀ ਦਾ ਪਤਾ ਨਹੀਂ ਲੱਗਦਾ, ਇੱਕ ਸਾਡੇ ਕਾਬੂ ਨਹੀਂ ਆਉਂਦੇ, ਦਾਅ ਥੱਲੇ ਨਹੀਂ ਆਉਂਦੇ ਸਿੰਘ। ਕਉ ਨਾ ਰਾਜਾ ਤੀਰਥ ਰਾਮੈ। ਔਰ ਇਹੋ ਜਿਹੇ ਡਾਢੇ ਹਨ, ਇਹਨਾਂ ਦੇ ਸਾਹਮਣੇ ਕੋਈ ਰਾਜਾ ਹੌਸਲਾ ਹੀ ਨਹੀਂ ਕਰਦਾ ਲੜਨ ਦਾ। ਬੰਦੇ ਬਹਾਦਰ ਨੂੰ ਮਾਰੇ ਪਾਵਰ ਇੰਨੀ ਦੇ ਕੇ ਭੇਜਿਆ ਸੀ ਵੀ 22 ਧਾਰ ਦੇ ਸਾਰੇ ਰਾਜੇ ਸੋਧਣੇ, ਸਾਰਿਆਂ ਨੂੰ ਗੋਡੇ ਲਵਾਣੇ ਜ਼ਮੀਨ ਦੇ ਉੱਤੇ, ਤੇ ਫਿਰ ਬੰਦੇ ਬਹਾਦਰ ਨੇ 22 ਦੇ 22 ਰਾਜਿਆਂ ਤੋਂ ਲਕੀਰਾਂ ਕਢਾਈਆਂ, ਸਾਰਿਆਂ ਨੇ ਇੰਨਾ ਮੰਨੀਆਂ। 2 ਰਾਜਿਆਂ ਨੇ ਆਪਣੀਆਂ ਲੜਕੀਆਂ ਦਿੱਤੀਆਂ, ਜੋ 2 ਬਾਬੇ ਬੰਦੇ ਬਹਾਦਰ ਦੇ ਵਿਆਹ ਹੋਏ, ਕਿਤੇ ਚੰਬੇ ਦੀ ਰਾਣੀ ਨਾਲ ਹੋਇਆ, ਰਾਜਕੁਮਾਰੀ ਨਾਲ, ਇੱਕ ਹੋਰ ਇਹ ਪਹਾੜ ਦੀਆਂ ਹੀ ਦੋਵੇਂ ਪਹਾੜੀ ਰਾਣੀਆਂ ਜਿਹੜੀਆਂ ਬਾਬੇ ਬੰਦੇ ਬਹਾਦਰ ਦੀ ਸ਼ਾਦੀਆਂ ਹੋਈਆਂ, ਉਹਨਾਂ ਨੇ ਆਪਣੀਆਂ ਬੇਟੀਆਂ ਭੇਟਾ ਕੀਤੀਆਂ ਵੀ ਬਾਬਾ ਜੀ ਤੁਸੀਂ ਸਾਡੇ ਤੇ ਮਿਹਰਬਾਨੀ ਕਰੋ। ਤੋ ਇਹੋ ਜਿਹੇ ਸਿੰਘ ਹਨ ਜਿਨ੍ਹਾਂ ਦੇ ਅੱਗੇ ਠਹਿਰਨਾ ਮੁਸ਼ਕਲ ਹੁੰਦਾ। ਉਹ ਬੁੱਢੇ ਪਹਾੜੀਏ ਆਪਣੇ ਬੱਚਿਆਂ ਨੂੰ ਦੱਸਦੇ ਹਨ, ਕੋਈ ਨਾ ਰਾਜਾ ਗੈਲ ਛੁਡਾਵੈ। ਇਹਨਾਂ ਤੋਂ ਕੋਈ ਰਾਜਾ ਵੀ ਨਹੀਂ ਸਾਨੂੰ ਛੁਡਾ ਸਕਦਾ। ਤਬ ਸਿੰਘਾਂ ਨੇ ਪੇਖ ਵਟਾਇਓ। ਫਿਰ ਸਾਧ ਸੰਗਤ ਜੀ ਉਸ ਵੇਲੇ ਬੜਾ ਔਖਾ ਹੋ ਗਿਆ ਕੰਮ। ਫਿਰ ਕਈ ਸਿੰਘਾਂ ਨੇ ਭੇਸ ਬਦਲ ਲਏ। ਭੇਸ ਕਿਉਂਕਿ ਸਮਾਂ ਜਿਹੜਾ ਹੁੰਦਾ ਨਾ ਉਹ ਸਾਰੇ ਕੰਮ ਕਰਾਂਦਾ ਤੇ ਕਰਨਾ ਪੈਂਦਾ। ਹਾਂਜੀ, ਕਸਨ ਬਾਂਧ ਸਿਰ ਜੱਟ ਠਹਿਰਾਇਓ। ਉਹਨਾਂ ਨੇ ਸਿਰ ਦੇ ਉੱਤੇ ਵੱਡੀਆਂ ਵੱਡੀਆਂ ਜਿਵੇਂ ਜਟਾਂ ਵਾਲੇ ਸਾਧਾਂ ਨੇ ਪੱਗਾਂ ਬੰਨੀਆਂ ਹੁੰਦੀਆਂ ਨਾ, ਉਦਾਂ ਦੇ ਕੇਸਾਂ ਨੂੰ ਬੰਨ ਲਿਆ ਤੇ ਜਟਾਂ ਵਰਗੇ ਬਣਾ ਲਏ। ਹਾਂਜੀ, ਚਾਕਰ ਹੋਣੇ ਕਰੇ ਬਨਾਏ। ਤੇ ਜਾ ਕੇ ਉੱਥੇ ਫਿਰ ਨੌਕਰੀ ਸਰਕਾਰੀ ਜਿਹੜੀ ਉੱਥੇ ਫੌਜ ਦੇ ਵਿੱਚ ਉਹ ਵੀ ਮੰਗੀ ਵੀ ਸਾਨੂੰ ਨੌਕਰੀ ਮਿਲ ਜਾਵੇ। ਮੰਡੀ ਕੱਲੂ ਲੋ ਪਹੁੰਚਿਓ ਜਾਏ। ਮੰਡੀ ਦੇ ਰਾਜੇ ਦੀ ਗੁਰੂ ਘਰ ਨਾਲ ਕੋਈ ਸਾਂਝ ਪੁਰਾਣੇ ਸਮੇਂ ਤੋਂ ਚੱਲੀ ਆਈ ਹੈ, ਤੇ ਕੁੱਲੂ ਦੇ ਰਾਜੇ ਕੋਲ ਉਧਰ ਜਾ ਪਹੁੰਚੇ ਕਈ ਸਿੰਘ ਪਹਾੜਾਂ ਵਿੱਚ। ਔਰ ਰਾਣੀ ਕੋ ਨਗਦੀ ਕਹਾਵੈ। ਔਰ ਕੋਈ ਨਗਦੀ ਦਾਣੀ ਕਹਾਂਦੀ ਸੀ ਉੱਥੇ। ਤੇ ਤਾਂ ਜਾਏ ਦਿਨ ਕਟੈ ਸੁਖਾਵੈ। ਉਹ ਜਿਹੜੀ ਰਾਣੀ ਸੀ ਉਹਦੇ ਕੋਲ ਜਾ ਕੇ ਫੌਜ ਵਿੱਚ ਸਿੱਖ ਨੌਕਰ ਹੋ ਗਏ, ਫੌਜ ਵਿੱਚ ਭਰਤੀ ਹੋ ਗਏ, ਵੀ ਚਲੋ ਗੁਜ਼ਾਰਾ ਤਾਂ ਕਰਨਾ ਹੀ ਹੈ, ਵੀ ਇੱਦਾਂ ਨਾ ਤਾਂ ਲੜ ਕੇ ਸਾਨੂੰ ਇੱਥੋਂ ਕਾਮਯਾਬੀ ਮਿਲਣੀ ਹੈ, ਤੇ ਨਾ ਸਾਨੂੰ ਇੱਥੇ ਕੋਈ ਦਾਨ ਦਿੰਦਾ ਵੀ ਲੰਗਰ ਪ੍ਰਸ਼ਾਦਾ ਛਕ ਲਓ, ਤੇ ਨਾ ਮੁਲਕ ਮਿਲਦਾ ਖਾਣ ਨੂੰ,
ਤੇ ਮੰਗ ਕੇ ਸਿੰਘ ਖਾਂਦੇ ਕੋਈ ਨਹੀਂ, ਲੁੱਟ ਕੇ ਖਾ ਲੈਂਦੇ, ਮੰਗ ਕੇ ਨਹੀਂ ਖਾਂਦੇ। ਉਹ ਕਹਿੰਦੇ ਇੱਕ ਨਿਹੰਗ ਸਿੰਘ ਸਵੇਰ ਦਾ ਬਾਣੀ ਪੜ੍ਹੀ ਜਾਵੇ, ਅੰਮ੍ਰਿਤ ਵੇਲੇ ਦਾ 3 ਵਜੇ ਦਾ ਲੱਗਾ। ਇੱਕ ਮੁਸਲਮਾਨ ਫਕੀਰ ਦੇ ਮਨ 'ਚ ਦਇਆ ਆ ਗਈ, ਉਹਨੇ ਕਿਹਾ ਸਵੇਰ ਦਾ ਰੱਬ ਦੀ ਇਬਾਦਤ ਕਰਦਾ, ਇਹਨੂੰ ਕੁਝ ਦਈਏ। ਉਹ ਵਿਚਾਰਾ ਮੁਸਲਮਾਨ ਬੜੀ ਸ਼ਰਧਾ ਜੀ ਨਾਲ ਨਾ ਨਿਹੰਗ ਸਿੰਘ ਦੇ ਕੋਲ ਆਇਆ, ਤੇ ਚਾਂਦੀ ਦੇ ਰੁਪਈਏ ਹੁੰਦੇ ਸੀਗੇ। ਉਹਨੇ ਐਦਾਂ ਕੀਤਾ ਵੀ ਹੱਥ ਕਰਕੇ ਲੈ ਲਵੇ, ਤੇ ਨਿਹੰਗ ਸਿੰਘ ਉਹ ਸੋਟਾ ਹੀ ਥੱਲਿਓਂ ਮਾਰਿਆ ਉੱਤੇ, ਉਹਦੇ ਨਾਲੇ ਦੇ ਵਿਚਾਰੇ ਦਾ ਹੱਥ ਤੋੜਤਾ, ਤੇ ਰੁਪਈਆ ਉੱਤੋਂ ਜਾਂਦਾ। ਕਹਿੰਦਾ ਖਾਲਸਾ ਇੰਝ ਲੁੱਟਦਾ ਹੁੰਦਾ। ਕਹਿੰਦਾ ਇਹ ਸਿੰਘਾਂ ਦਾ ਸੁਭਾਅ, ਮੰਗ ਕੇ ਤੇ ਖਾਂਦੇ ਨਹੀਂ, ਲੁੱਟ ਕੇ ਖਾਂਦੇ ਆ। ਤੇ ਲੁੱਟਣ ਮਾਰ ਸਰਕਾਰ ਦਿੰਦੀ ਕੋਈ ਨਹੀਂ, ਲੁੱਟਦਾ ਹੁੰਦੀ ਡਾਢਾ ਹੀ ਲੁੱਟ ਸਕਦਾ, ਥੋੜੇ ਬੰਦੇ ਹੁਣ ਕੀ ਲੁੱਟਣਗੇ। ਸਿੰਘਾਂ ਨੇ ਆਖਿਆ ਵੀ ਨਾ ਆਪਾਂ ਇੱਥੇ ਲੁੱਟ ਮਾਰ ਕਰ ਸਕੀਏ, ਤੇ ਨਾ ਆਪਾਂ ਨੂੰ ਇੱਥੇ ਕੋਈ ਉੱਦਾਂ ਕੋਈ ਲੰਗਰ ਪ੍ਰਸ਼ਾਦਾ ਪ੍ਰੇਮ ਨਾਲ ਛਕਾਵੇ, ਹੁਣ ਇੱਥੇ ਨੌਕਰੀ ਕਰਨੀ ਪੈਣੀ। ਫਿਰ ਸਿੰਘਾਂ ਨੇ ਸਰਕਾਰੀ ਜਿਹੜੀ ਫੌਜ 'ਚ ਨੌਕਰੀ ਕਰ ਲਈ। ਐਸੇ 5-6 ਕਟੇ ਮਹੀਨੇ। ਉਹਨਾਂ ਸਿੰਘਾਂ ਨੇ ਉਧਰ ਕੁੱਲੂ ਤੇ ਉਹ ਮਨਾਲੀ ਤੇ ਉਧਰ ਜਿਹੜੇ ਇਲਾਕੇ ਨੇ ਮੰਡੀ, ਉਥੋਂ ਦੀ ਰਾਣੀ ਨਾਲ ਗੱਲਬਾਤ ਕੀਤੀ। ਉੱਥੇ ਸਾਧ ਸਿੰਘ ਜੀ ਅਜੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਨਿਸ਼ਾਨੀਆਂ ਉਹਨਾਂ ਨੇ ਰੱਖੀਆਂ ਮੰਡੀ ਦੇ ਰਾਜੇ ਦੇ। ਤੇ ਇੱਕ ਫੋਟੋ ਵੀ ਸਤਿਗੁਰਾਂ ਦੀ ਬਹੁਤ ਛੋਟੀ, ਉਹ ਰਾਣੀ ਰੋਜ਼ ਆ ਕੇ ਮੱਥਾ ਟੇਕਦੀ, ਅਜੇ ਤੱਕ ਵੀ ਉਹਨਾਂ ਦੀ ਰਾਣੀ ਦਾ ਹੀ ਰਾਜ ਹੈ ਉੱਥੇ। ਤੇ ਉਹ ਰਾਣੀ ਰਾਜਕੁਮਾਰੀ ਜਿਹੜੀ ਹੈ ਉਹ ਆ ਕੇ ਰੋਜ਼ ਦਰਸ਼ਨ ਕਰਕੇ ਜਾਂਦੀ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਫੋਟੋ ਬਣਵਾ ਕੇ ਰੱਖੀ ਹੋਈ ਹੈ ਉਸੇ ਸਮੇਂ ਦੀ। ਹੋਰ ਮਹਾਰਾਜ ਦੇ ਸ਼ਸਤਰ ਬਸਤਰ ਮੰਡੀ ਦੇ ਰਾਜੇ ਕੋਲ ਬਹੁਤ ਪਏ ਹਨ। ਸੋ ਕਹਿਣ ਦਾ ਭਾਵ ਹੈ ਉਹਨਾਂ ਨੇ ਉੱਥੇ ਨੌਕਰੀ ਦੇ ਦਿੱਤੀ। 5-6 ਮਹੀਨੇ ਸਿੰਘਾਂ ਨੇ ਗੁਜ਼ਾਰਾ ਇਦਾਂ ਕੀਤਾ। ਫਿਰ ਮੁੜ ਆਏ ਕੀਰਤਪੁਰੀ ਮੇ। 5-6 ਮਹੀਨੇ ਬਾਅਦ ਜਦੋਂ ਇਧਰ ਵਾਲੇ ਥੱਲੇ ਮਾਲਵੇ ਵਾਲੇ ਸਿੰਘ ਰਾਜੀ ਹੋ ਗਏ, ਸੁੱਖਾ ਸਿੰਘ ਹੋਰੀ, ਉਹ ਪਹਾੜ ਵਾਲੇ ਵੀ ਕੀਰਤਪੁਰ ਸਾਹਿਬ ਨੂੰ ਉਤਰ ਆਏ। ਕੀਰਤਪੁਰ ਸਾਹਿਬ ਜਿਹੜਾ ਰਸਤਾ ਆਉਂਦਾ ਨਾ ਕੁੱਲੂ ਮਨਾਲੀ ਵੱਲੋਂ ਮਨੀਕਰਨ ਵੱਲੋਂ, ਉਸ ਰਸਤੇ ਥਾਣੀ ਸਿੰਘ ਕੀਰਤਪੁਰ ਆ ਇਕੱਠੇ ਹੋਏ। ਦੋਹਰਾ ਜੋ ਬਚਿਓ ਇਸ ਮੌਤ ਤੇ ਵਿੱਚ ਪਹੁੰਚੇ ਪਹਾੜੀ ਔਖ। ਜਿਹੜਾ ਪਹਾੜ ਦੇ ਵਿੱਚ ਮੁਸੀਬਤ ਆਈ ਉਹ ਭਾਈ ਸਾਹਿਬ ਨੇ ਦੱਸੀ ਹੈ ਵੀ ਬਹੁਤ ਸਾਰੇ ਸਿੰਘ ਪਹਾੜ 'ਚ ਭੁੱਖ ਨਾਲ ਮਰੇ, ਬਹੁਤ ਸਾਰੇ ਪਹਾੜੀਆਂ ਨੇ ਮਾਰੇ, ਬਹੁਤ ਸਾਰੇ ਤੁਰਕਾਂ ਨਾਲ ਲੜਦੇ ਲੜਦੇ ਪਹਾੜ ਚੜ੍ਹਦੇ ਚੜ੍ਹਦੇ ਹੀ ਮਾਰੇ ਗਏ। ਬਹੁਤ ਸਿੰਘ ਸਣੇ ਘੋੜਿਆਂ ਦੇ ਚੜ੍ਹੇ ਸਨ, ਪਹਿਲਾਂ ਉਹ ਰਾਵੀ ਦੇ ਵਿੱਚ ਸਣੇ ਘੋੜਿਆਂ ਦੇ ਡਿੱਗ ਕੇ ਰੁੜ ਗਏ। ਇਹਦਾ ਸਮਾਂ ਬੜਾ ਮੁਸੀਬਤ ਦਾ ਛੋਟੇ ਘੱਲੂ ਘਾਰੇ ਦੇ ਵਿੱਚ ਉਹਨਾਂ ਸਿੰਘਾਂ ਦੇ ਵੀ ਆਇਆ। ਫਿਰ ਉਹਨਾਂ ਨੇ ਔਖਾ ਟਾਈਮ ਕਈ ਹਫ਼ਤੇ ਭੁੱਖਿਆਂ ਕੱਟੇ, ਤੇ ਫਿਰ ਨੌਕਰੀਆਂ ਵੀ ਕੀਤੀਆਂ, ਕਿਸੇ ਨੂੰ ਨੌਕਰੀ ਮਿਲੀ ਕਿਸੇ ਨੂੰ ਨਾ ਮਿਲੀ। ਇੱਦਾਂ ਸਮਾਂ ਕੱਟ ਕੇ 6 ਮਹੀਨਿਆਂ ਬਾਅਦ ਲਗਭਗ ਉਹ ਸਿੰਘ ਚੜ੍ਹਦੀ ਸਿਆਲ ਦੀ ਮੌਸਮ ਆ ਰਹੀ ਸੀ, ਗਰਮੀ ਲੰਘ ਗਈ ਸੀ। ਗਰਮੀ ਦਾ ਔਖੀ ਸੌਖੀ ਸਿਆਲ ਲੰਘ ਜਾਂਦੀ, ਗਰਮੀ ਲੰਘ ਜਾਂਦੀ ਪਹਾੜਾਂ ਵਿੱਚ, ਤੇ ਸਿਆਲ ਕੱਪੜੇ ਬਿਨਾਂ ਬਹੁਤ ਮੁਸ਼ਕਲ ਹੈ, ਤੇ ਬਰਫ਼ ਪੈਂਦੀ ਹੈ, ਕੱਪੜੇ ਹੈ ਨਹੀਂ ਸਨ। ਸਿੰਘ ਹੌਲੇ ਹੌਲੇ ਕੀਰਤਪੁਰ ਸਾਹਿਬ ਨੂੰ ਪਰਤ ਆਏ। ਕੀਰਤਪੁਰ ਫਿਰ ਆ ਪੁੱਜੇ ਜੇ ਕੋ ਬਚਿਓ ਚੌਖ। ਜੇ ਕੋਈ ਬਚੇ ਸਨ ਜਿਹੜੇ ਉਹ ਕੀਰਤਪੁਰ ਆ ਪੁੱਜੇ। 6 ਮਹੀਨੇ ਲਿਖ ਚਿੱਠੇ ਸਿੰਘਨ ਪਇਓ ਮਿਲਾਣ। ਕੀਰਤਪੁਰ ਸਾਹਿਬ ਫੌਜਾਂ ਦੀ ਛਾਉਣੀ ਪੈ ਗਈ। ਲਗਭਗ 4-5 ਹਜ਼ਾਰ ਸਿੰਘ ਸੀਗੇ। ਉਹਨਾਂ ਨੇ ਚਿੱਠੀਆਂ ਲਿਖ ਕੇ ਪਤਾ ਕੱਢਿਆ ਵੀ ਸਾਡੇ ਭਰਾ ਕਿੱਥੇ ਹਨ। ਪਤਾ ਤਾਂ ਇਹ ਅੰਦਾਜ਼ਾ ਹੀ ਸੀ ਵੀ ਮਾਲਵੇ 'ਚ ਹਨ। ਤੋਂ ਮਾਲਵੇ ਵੱਲੋਂ ਸਿੰਘਾਂ ਨੂੰ ਇੱਕ ਦੂਜੀ ਨਾਲ ਰਾਬਤਾ ਕਾਇਮ ਕਰ ਲਿਆ। ਜੋ ਬਚਿਓ ਉਹ ਮਰ ਗਇਓ ਆਈ ਤਵੈ ਪਛਾਣ। ਉੱਥੇ ਪਤਾ ਲੱਗਾ ਵੀ ਕੌਣ ਬਚਿਆ ਤੇ ਕੌਣ ਮਰਿਆ। ਭਾਵ ਫਿਰ ਪੁੱਛਦੇ ਵੀ ਫਲਾਣੇ ਸਿੰਘ ਦਾ ਕੀ ਹਾਲ ਹੈ, ਉਹ ਕਹਿੰਦੇ ਉਹਦਾ ਤੇ ਕੋਈ ਪਤਾ ਨਹੀਂ, ਉਹ ਸ਼ਹੀਦ ਹੋ ਗਿਆ ਹੋਣਾ। ਇੱਦਾਂ ਸਿੰਘਾਂ ਨੂੰ ਸਾਧ ਸੰਗਤ ਜੀ ਆਪਣੇ ਭਰਾਵਾਂ ਦੀ, ਆਪਣੇ ਪਰਿਵਾਰਾਂ ਦੀ, ਕਈਆਂ ਦੇ ਭਰਾ ਮਰ ਗਏ ਸੱਕੇ, ਕਿਤੇ ਚਾਚੇ, ਕੋਈ ਤਾਏ, ਕੋਈ ਇੱਦਾਂ ਆਪਸ ਵਿੱਚ ਸਿੰਘਾਂ ਦੇ ਪਰਿਵਾਰ ਸੀਗੇ, ਅੱਧਿਆਂ ਨਾਲੋਂ ਜ਼ਿਆਦਾ ਮੁੱਕ ਗਏ, ਖਤਮ ਹੋ ਗਏ। ਉਦੋਂ ਪਤਾ ਲੱਗਾ ਵੀ ਕਿਹੜਾ ਬਚਿਆ ਤੇ ਕਿਹੜਾ ਮਰਿਆ ਹੈ। ਹਾਂਜੀ। ਚੌਪਈ ਅਬ ਸੁਨ ਫਿਰ ਸਭਨ ਕੀ ਬਾਤ। ਸਾਰਾ ਪੰਥ ਹੌਲੇ ਹੌਲੇ ਇਕੱਠਾ ਹੋਣ ਲੱਗਾ। ਭਾਵ ਸਿੰਘਾਂ ਨੂੰ ਇੱਕ ਦੂਜੀ ਦਾ ਪਤਾ ਲੱਗਣ। ਪਹਾੜ ਵਾਲੇ ਥੱਲੇ ਆ ਗਏ, ਮਾਲਵੇ ਵਾਲੇ ਮਾਲਵੇ 'ਚ ਬੈਠੇ ਸਨ, ਤੇ ਇਸ ਕਰਕੇ ਉਹਨਾਂ ਸਿੰਘਾਂ ਨੂੰ ਸਾਰਿਆਂ ਨੂੰ ਇੱਕ ਦੂਜੀ ਨਾਲ ਸੰਪਰਕ ਹੋਣ ਲੱਗੇ। ਜਿਨ ਜਿਨ ਆਈ ਥੀ ਬਿਦਨ ਰਾਤ। ਜਿਨ੍ਹਾਂ ਦੇ ਮੁਸੀਬਤ ਦੀਆਂ ਘੜੀਆਂ ਆਈਆਂ ਸਨ, ਜਿਹੜੇ ਸ਼ਹੀਦ ਹੋਏ ਸਨ,
ਜੋ ਜੰਗਲ ਮੈਂ ਪੂਜੇ ਸੋ ਬਾਚੇ। ਜਿਹੜੇ ਬਚ ਕੇ ਜੰਗਲ ਦੇਸ ਮਾਲਵੇ ਚ ਪਹੁੰਚੇ ਸਨ ਬਰਾੜਾਂ ਦੇ ਕੋਲ, ਕਛੁ ਕੋ ਮਾਝੇ ਵਡ ਲੋਕ ਮੁੜ ਹਾਚੇ। ਉਹਨਾਂ ਵਿੱਚੋਂ ਕੁਝ ਸਿੰਘ ਮਾਝੇ 'ਚ ਫੇਰ ਆਏ ਆਪਣੇ ਪਿੰਡਾਂ ਦਾ ਪਤਾ ਕਰਨ ਭੇਸ ਬਦਲ ਕੇ। ਉਹ ਜੋ ਪੜੋਲ ਫੜੇ ਸੋ ਮਾਰੇ। ਜਿਹੜੇ ਪੜੌਲ ਵਿੱਚ ਫੜੇ ਗਏ ਸੀ ਪਹਾੜ ਚੜ੍ਹਦੇ, ਉਹ ਪਹਾੜੀਆਂ ਦੇ ਕੋਲ ਸਿੰਘਾਂ ਨੂੰ ਉਹਨਾਂ ਨੇ ਪਹਾੜੀਆਂ ਨੇ ਫੜ ਕੇ ਤੁਰਕਾਂ ਦੇ ਹਵਾਲੇ ਕਰ ਦਿੱਤਾ ਸੀ, ਉਹ ਵੀ ਮਾਰੇ ਗਏ। ਕਈ ਪਹਾੜਨ ਮੈਂ ਰਹਿ ਹਾਰੇ। ਕਈ 6 ਮਹੀਨੇ ਪਹਾੜਾਂ ਵਿੱਚ ਰਹੇ, ਉੱਥੇ ਨੌਕਰੀ ਕੀਤੀ ਰਾਜੇ ਮੰਡੀ ਤੇ ਕੁੱਲੂ ਦੇ ਰਾਜਿਆਂ ਦੀ। ਬਹੁਤੇ ਜੇਹਲ ਬਸੋਲੀਅਨ ਕਰਕੇ। ਬਹੁਤ ਸਾਰਿਆਂ ਬਸੋਲੀਆਂ ਨੇ ਜੇਲ੍ਹ 'ਚ ਬੰਦ ਕਰ ਛੱਡੇ ਸਨ, ਕੈਦ ਕਰ ਬਸੋਲੀ ਦੇ ਰਾਜੇ ਨੇ ਫੜ ਕੇ। ਹੱਥ ਤੋੜੀ ਗੱਲ ਟੰਗ ਪਰ ਕੇ। ਉਹਨਾਂ ਨੂੰ 6 ਮਹੀਨੇ ਹੋ ਗਏ ਸੀ ਜੇਲ੍ਹ ਵਿੱਚ, ਗਲ ਦੇ ਵਿੱਚ ਉਹਨਾਂ ਦੇ ਉਹ ਲੋਹੇ ਦੇ ਤੌਕ ਪਾ ਕੇ, ਹੱਥ ਕੜੀਆਂ ਲਾ ਕੇ, ਪੈਰਾਂ ਨੂੰ ਬੇੜੀਆਂ ਲਾ ਕੇ ਉਹਨਾਂ ਨੂੰ ਰਾਜੇ ਨੇ ਬੰਨਿਆ ਹੋਇਆ ਸੀਗਾ। ਪਾਸ ਨਿਭਾਬ ਗਏ ਤੇ ਸਾਰੇ। ਉਹਨਾਂ ਨੂੰ ਨਵਾਬ ਦੇ ਕੋਲ ਕੈਦ ਕਰਕੇ ਭੇਜ ਦਿੱਤਾ। ਹੁਣ ਕੇ ਸੀਸਣ ਬੁਰਜੂ ਸਾਰੇ। ਉਹਨਾਂ ਸਿੰਘਾਂ ਨੂੰ ਜਿਹੜੇ ਬਸੋਲੀ 'ਚ ਕੈਦ ਸਨ, ਸ਼ਾਹ ਨਵਾਜ਼ ਖਾਨ ਤੇ ਲੱਖੂ ਨੇ ਸਿਰ ਵੱਢ ਕੇ ਤੇ ਲਾਹੌਰ ਦੇ ਵਿੱਚ ਉਹਨਾਂ ਦੇ ਬੁਰਜ ਉਸਾਰ ਦਿੱਤੇ। ਜਿਹੜੇ ਸਿੰਘ ਜੰਗ 'ਚ ਵੀ ਮਰੇ, ਲਾਸ਼ਾਂ ਲੱਭੀਆਂ, ਉਹਨਾਂ ਦੇ ਸਿਰ ਵੱਢ ਕੇ ਵੀ ਲਾਹੌਰ ਲੈ ਗਿਆ ਤੇ ਲਾਹੌਰ ਦੇ ਸ਼ਹਿਰ ਦੇ ਉੱਤੇ ਮਨਾਰਿਆਂ ਦੇ ਚਿਣ ਦਿੱਤੇ ਸਿਰ, ਤਾਂ ਕਿ ਦੁਨੀਆ 'ਚ ਦਹਿਸ਼ਤ ਪੈ ਜਾਵੇ, ਸਿੱਖੀ ਖਤਮ ਹੋ ਗਈ ਹੈ। ਬਚੇ ਸਿੰਘ ਕਿਚ ਹਿੱਸਾ ਥੋੜਾ। ਸਾਧ ਸੰਗਤ ਜੀ, ਜਿੱਡਾ ਖਾਲਸਾ ਪੰਥ ਸੀਗਾ ਉਹਦੇ ਵਿੱਚੋਂ ਚੌਥਾ ਹਿੱਸਾ ਬਚਿਆ, ਥੋੜੇ ਹੀ ਰਹਿ ਗਏ, ਬਾਕੀ ਸਾਰੇ ਮਾਰੇ ਗਏ। ਰਹਿਓ ਨਾ ਤਿੰਨ ਪੈ ਚੜਨੋਂ ਕੋੜਾ। ਜਿਹੜੇ ਸਿੰਘ ਬਹੁਤੇ ਪਹਾੜ ਤੋਂ ਆਏ ਸਨ, ਉਹਨਾਂ ਕੋਲ ਵਿਚਾਰਿਆਂ ਕੋਲ ਘੋੜੇ ਕੋਈ ਨਹੀਂ ਸੀ ਚੜਨ ਵਾਸਤੇ। ਦੋਹਰਾ ਸੁਖਾ ਸਿੰਘ ਸੰਗ ਜੋ ਗਏ ਹਾਜ਼ਰ ਦੋਇ ਕੈ ਤੀਨ। ਜਿਹੜੇ ਸੁੱਖਾ ਸਿੰਘ ਨਾਲ ਗਏ ਸੀ ਬਚ ਕੇ ਮਾਲਵੇ ਨੂੰ, ਉਹ 2 ਜਾਂ 3 ਹਜ਼ਾਰ ਸਿੱਖ ਸਨ। ਇਨ ਪੈ ਘੋੜੇ ਜੋ ਬਚਿਓ ਬੀਜ ਮਾਤਰ ਗਿਨ ਲੀਨ। ਉਹਨਾਂ ਦੇ ਘੋੜੇ ਬਚੇ ਸਨ, ਬਾਕੀ ਪਹਾੜ ਵਾਲੇ ਤਾਂ ਘੋੜਿਆਂ ਕੋਲ ਤੋਂ ਪਹਿਲਾਂ ਹੀ ਘੱਟ ਸਨ, ਉਹ ਤਾਂ ਚੜ੍ਹ ਗਏ ਉਦਾਂ ਹੀ ਪੈਦਲ। ਤੇ ਜਿਹੜੇ ਘੋੜੇ ਸਨ 3-4 ਹਜ਼ਾਰ, ਉਹ ਸਿਰਫ ਉਸ ਦਲ ਕੋਲ ਸਨ ਜਿਹੜੇ ਸੁੱਖਾ ਸਿੰਘ ਦੇ ਨਾਲ ਮਾਲਵੇ ਨੂੰ ਗਏ ਸਨ। ਚੌਪਈ ਕਉ ਕਹੈ ਮੋਏ 40,000। ਉਸ ਜੰਗ ਬਾਰੇ ਵੱਖਰੇ ਵੱਖਰੇ ਕਿਆਫੇ ਅੰਦਾਜ਼ੇ ਦੁਨੀਆ 'ਚ ਚੱਲੇ ਹੋਏ ਨੇ। ਰਤਨ ਸਿੰਘ ਜੀ ਕਹਿੰਦੇ, ਕੋਈ ਕਹਿੰਦਾ ਵੀ ਉਸ ਲੜਾਈ ਵਿੱਚ ਛੋਟੇ ਘੱਲੂ ਘਾਰੇ 'ਚ 40,000 ਸਿੱਖ ਮਰਿਆ ਸੀ। ਕਉ ਕੈ ਸਿੰਘ ਬਹੁ ਪੈ ਮਾਰ। ਕੋਈ ਕਹਿੰਦਾ ਇਸ ਤੋਂ ਵੀ ਜ਼ਿਆਦਾ ਸ਼ਹੀਦ ਹੋਏ ਸਨ, ਲੋਕਾਂ ਦੇ ਅੰਦਾਜ਼ੇ ਨੇ। ਹਾਂਜੀ। ਕਉ ਕੈ ਸਿੰਘ 40 ਸਾਰੇ। ਕੋਈ ਕਹਿੰਦੇ ਸਿੰਘ 40 ਸਨ ਸਾਰੇ। ਤਿੰਨ ਮੈਂ ਬਚੇ 6-7 ਕੋ ਸਾਰੇ। 6-7 ਹੀ ਬਚੇ, ਭਾਵੇਂ ਗੱਲਾਂ ਵੱਖਰੀਆਂ ਵੱਖਰੀਆਂ ਲੋਕਾਂ ਵਿੱਚ ਚੱਲੀਆਂ ਹੋਈਆਂ ਨੇ, ਜਿੱਦਾਂ ਜਿੱਦਾਂ ਦੀਆਂ ਕਹਾਵਤਾਂ ਚੱਲੀਆਂ ਹੁੰਦੀਆਂ ਨੇ। ਅਸਲ ਗੱਲ ਜਿਹੜੀ ਹੈ ਵੀ ਪੂਰੀ ਗਿਣਤੀ ਸਿੰਘਾਂ ਦੀ ਸ਼ਹੀਦੀ ਦੀ ਕਿਸੇ ਨੇ ਨਹੀਂ ਦੱਸੀ। ਕਉ ਕਹੈ ਦਲ ਆਹੇ 50। ਕੋਈ ਕਹਿੰਦਾ ਸਿੰਘਾਂ ਦੀ 50,000 ਗਿਣਤੀ ਸੀ ਉਸ ਵੇਲੇ। ਤਿੰਨ ਮੈਂ ਪਇਓ 40 ਕੋ ਨਾਸ। 40,000 ਸਿੰਘ ਸ਼ਹੀਦ ਹੋ ਗਿਆ ਸੀ। ਕਉ ਕੈ ਸਿੰਘ ਹੋਤੇ ਘਣੇ। ਕਈ ਕਹਿੰਦੇ ਆ ਵੀ ਸਿੰਘ ਹੋਰ ਜ਼ਿਆਦਾ ਸਨ, ਲੱਖ ਦੇ ਨੇੜੇ ਸਨ। ਪਰਤ ਨਹੀਂ ਜੋ ਮੂਵੇ ਗਣੇ। ਗਿਣਤੀ ਨਹੀਂ ਕਿੰਨੇ ਕੁ ਮਰੇ ਹਨ। ਸੋ ਲਿਖ ਦੀਨੀ ਜੋ ਹਮ ਸੁਣੀ। ਕਵੀ ਜੀ ਕਹਿੰਦੇ, ਮੈਂ ਜੋ ਬਜ਼ੁਰਗਾਂ ਤੋਂ ਸੁਣਿਆ ਸਾਰੀ ਗੱਲਾਂ ਸੁਣੀਆਂ ਵੱਖੋ ਵੱਖ, ਕਿਉਂਕਿ ਉਸ ਵੇਲੇ ਦੀਆਂ ਗੱਲਾਂ ਸੁਣੀਆਂ ਹੀ ਰਹਿੰਦੀਆਂ ਸਨ। ਲਿਖਤ ਤਾਂ ਬਹੁਤ ਘੱਟ ਹੁੰਦੀ, ਸਰਕਾਰ ਵੀ ਇੰਨੇ ਅੰਕੜੇ ਨਹੀਂ ਸੀ ਲਿਖਿਆ ਕਰਦੇ ਵੀ ਕਿੰਨੇ ਮਰੇ, ਕਿੰਨੇ ਤੇ ਕਿੰਨੇ ਸਾਂਭੇ, ਕੀ ਹੋਇਆ। ਉਹ ਤਾਂ ਉਦੋਂ ਗੱਲਾਂ ਹੁੰਦੀਆਂ ਹੀ ਨਹੀਂ ਸਨ, ਜ਼ਮਾਨਾ ਹੀ ਇਹੋ ਜਿਹਾ ਸੀਗਾ। ਬਸ ਜਿਹੜੇ ਬੰਦਿਆਂ ਨਾਲ ਬੀਤੀ ਹੁੰਦੀ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਸਾਡੇ ਕਿੰਨੇ ਕੁ ਬੰਦੇ ਮਾਰੇ ਗਏ, ਕਿੰਨੇ ਕੁ ਬਚੇ, ਅੰਦਾਜ਼ਾ ਹੀ ਹੁੰਦਾ ਸੀ ਮੋਟਾ ਜਿਹਾ। ਹਾਂਜੀ। ਪਰਤ ਨਹੀਂ ਕਛ ਗਿਣਤੀ ਗਣੀ। ਗਿਣਤੀ ਪੱਕੀ ਕੋਈ ਨਹੀਂ ਕਹਿ ਸਕਦੇ। ਜੋ ਮੋਹਿ ਪਿਤਾ ਸੋ ਮੋਹਿ ਸੁਨਾਇਓ। ਮੇਰੇ ਪਿਤਾ ਜੀ ਰਾਏ ਸਿੰਘ ਵੀ ਉਸ ਲੜਾਈ ਵਿੱਚ ਸ਼ਾਮਲ ਸਨ, ਛੋਟੇ ਘੱਲੂ ਘਾਰੇ 'ਚ। ਉਹਨਾਂ ਨੇ ਮੈਨੂੰ ਜੋ ਦਸੀਆਂ ਗੱਲਾਂ ਰਤਨ ਸਿੰਘ ਨੇ ਸੋ ਲਿਖਾਇਓ। ਉਹ ਮੈਂ ਲਿਖ ਦਿੱਤੀਆਂ ਹਨ ਪੰਥ ਪ੍ਰਕਾਸ਼ ਵਿੱਚ। ਦੋਹਰਾ ਸੰਪਤ 18 ਸਹਿਹੁਤੋ ਉਪਰ 300 ਸਾਲ। ਸੋ ਸਾਧ ਸੰਗਤ ਜੀ, ਇਹ ਕਿਹੜਾ ਸਮਾਂ ਸੀ? 1803 ਬਿਕਰਮੀ ਤੇ 1846 ਈਸਵੀ, 1746 ਈਸਵੀ। 1803 ਬਿਕਰਮੀ ਸੀਗਾ ਤੇ 1746
ਈਸਵੀ ਸੀ। ਮਈ ਦੇ ਮਹੀਨੇ ਭਾਣਾ ਵਰਤਿਆ ਸੀਗਾ ਤੇ ਉਦੋਂ ਲਗਭਗ ਮੋਟਾ ਜਿਹਾ ਅੰਦਾਜ਼ਾ ਜਿਹੜਾ ਹੈ ਉਹ ਸਿੱਖਾਂ ਦੀ ਸ਼ਹੀਦੀਆਂ ਦਾ 10-15 ਹਜ਼ਾਰ ਦੇ ਵਿੱਚ, ਸੋ ਪੱਕੀ ਗਿਣਤੀ ਨਹੀਂ ਹੈ, ਪਰ 10 ਤੋਂ ਲੈ ਕੇ 15 ਹਜ਼ਾਰ ਦੇ ਅੰਦਾਜ਼ਾ ਸਾਰੇ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਜੀ, ਸੋਹਣ ਸਿੰਘ ਸੀਤਲ, ਇਹ 10-10 ਹਜ਼ਾਰ ਹੀ ਮੰਨਦੇ ਹਨ। ਸੋ ਫਿਰ ਵੀ 10-12 ਹਜ਼ਾਰ ਲੜਾਈ ਵਿੱਚ ਮਰਿਆ ਤੇ 6-7 ਹਜ਼ਾਰ ਜਿਹੜੇ ਪਿੰਡਾਂ 'ਚ ਰਹਿੰਦੇ ਸਿੱਖ ਫੜ ਕੇ ਲੱਖੂ ਨੇ ਪਹਿਲਾਂ ਹੀ ਸੋਮਵਾਰੀ ਮੱਸਿਆ ਨੂੰ ਕਤਲ ਕਰਾ ਦਿੱਤੇ। ਇਹ ਮੌਤਾਂ ਲਗਭਗ 20 ਹਜ਼ਾਰ ਦੇ ਨੇੜੇ ਅੱਪੜ ਜਾਂਦੀਆਂ ਹਨ। ਇੰਨੀਆਂ ਮੌਤਾਂ ਹੋ ਜਾਣੀਆਂ ਕਿਸੇ ਕੌਮ ਦੇ ਲਈ, ਫਿਰ ਖੁਆਰੀ ਹੋਣੀ ਜੰਗ ਦੇ ਵਿੱਚ, ਇਹ ਕੋਈ ਛੋਟੀ ਗੱਲ ਨਹੀਂ ਹੁੰਦੀ, ਬਹੁਤ ਵੱਡਾ ਇਹ ਭਾਣਾ ਵਰਤਿਆ ਸੀ, ਜਿਹਨੂੰ ਇਤਿਹਾਸ ਵਿੱਚ ਛੋਟਾ ਘੱਲੂਕਾਰਾ ਕਰਕੇ ਆਪਾਂ ਯਾਦ ਕਰਦੇ ਹਾਂ। ਘੱਲੂਕਾਰੋ ਵੱਢ ਕਰਿਓ ਤੁਰਕਣ ਸਿੰਘਣ ਨਾਲ। ਸਿੰਘਾਂ ਦਾ ਤੇ ਤੁਰਕਾਂ ਦਾ ਇਹ ਜੰਗ ਲੱਖੂ ਦੇ ਨਾਲ ਹੋਇਆ। ਹੁਣ ਲੱਖੂ ਖਾਲਸੇ ਦਾ ਵੈਰੀ ਕਿੱਦਾਂ ਮਰੇਗਾ, ਉਹ ਅੱਗੇ ਕਥਾ ਹੁੰਦੀ ਇਤਿਹਾਸ ਵਿੱਚ ਆਪਾਂ ਸਮੇਂ ਨਾਲ ਸੁਣਾਂਗੇ। ਇਹ ਗੁਰੂ ਖਾਲਸੇ ਦਾ ਇਤਿਹਾਸ ਹੈ ਭਾਈ, ਇਹਨੂੰ ਸੁਣਨ ਨਾਲ ਸਾਨੂੰ ਪਤਾ ਲੱਗੇਗਾ ਵੀ ਅਸੀਂ ਕਿੱਦਾਂ ਕਿਹੜੇ ਕਿਹੜੇ ਰਾਹਾਂ 'ਚੋਂ ਲੰਘ ਕੇ ਇੱਥੇ ਪਹੁੰਚੇ ਹਾਂ। ਗੁਰੂ ਮਹਾਰਾਜ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ। ਨਾਥ ਨਾ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਗਮ ਪੂਰਨ ਮੋਹਿ ਮਾਇਆ। ਅੰਧਕੂਪ ਮਹਾ ਭਿਆਨ, ਨਾਨਕ ਪਾਲਿ ਉਤਾਰ। ਹੇ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ